ਬੇਟੇ ਕੱਲ ਆਪਾਂ ਕੀਤਾ ਸੀਗਾ ਡਿਫਰੈਂਸ਼ੀਏਸ਼ਨ। ਠੀਕ ਹੈ ਜੀ, ਆਪਾਂ ਡਿਫਰੈਂਸ਼ੀਏਸ਼ਨ ਦੇ ਵਿੱਚ ਕੁਝ ਬੇਸਿਕ ਜਿਹੇ ਫਾਰਮੂਲੇ ਜਿਹੜੇ ਆਪਾਂ ਕਰ ਲਏ ਸੀ। ਜਿਵੇਂ ਡਿਫਰੈਂਸ਼ੀਏਸ਼ਨ ਆਫ ਸਾਈਨ ਐਕਸ, ਕਾਸ ਐਕਸ, ਟੈਂਜੈਂਟ। ਠੀਕ ਹੈ ਜੀ, ਇਸ ਤਰ੍ਹਾਂ ਦੇ ਜਿਹੜੇ ਫਾਰਮੂਲੇ ਜਿਹੜੇ ਅਸੀਂ ਉਹ ਸਾਰੇ ਜਿਹੜੇ ਸੋਲਵ ਕੀਤੇ ਸੀ, ਕੁਝ ਥਿਊਰਮਸ ਕੀਤੀਆਂ ਸੀਗੀਆਂ। ਜਿਵੇਂ ਇੱਕ ਆਪਾਂ ਕੀਤਾ ਸੀਗਾ d/dx ਆਫ ਕਾਂਸਟੈਂਟ ਕਿੰਨਾ ਆਊਗਾ ਬੇਟੇ? ਕਾਂਸਟੈਂਟ ਦਾ ਡਿਫਰੈਂਸ਼ੀਏਸ਼ਨ ਕਿੰਨਾ ਹੁੰਦਾ ਬੇਟੇ? 0। ਕਿਉਂਕਿ ਜਿਹੜਾ ਡੈਰੀਵੇਟਿਵ ਹੈ, ਠੀਕ ਹੈ ਜੀ, ਉਹ ਆਪਣੇ ਕੋਲੇ ਬੇਸਿਕਲੀ ਕੀ ਦੱਸਦਾ ਸੀਗਾ, ਆਪਾਂ ਪਹਿਲਾਂ ਗ੍ਰਾਫ ਕੀਤੇ ਸੀ, ਸਲੋਪ ਦੱਸਦਾ ਸੀ। ਠੀਕ ਹੈ ਜੀ, ਇਹਦਾ ਮਤਲਬ ਇਹ ਟੈਂਜੈਂਟਸ ਜਾਂ ਸਲੋਪਸ ਕੱਢਣ ਵਾਸਤੇ ਡੈਰੀਵੇਟਿਵ ਜਿਹੜਾ ਅਸੀਂ ਯੂਜ਼ ਕਰਦੇ ਹਾਂ ਬੇਸਿਕਲੀ, ਇਹਦੇ ਚ ਅਸੀਂ ਪਹਿਲਾ ਫੰਕਸ਼ਨ ਆ ਕੀਤਾ ਸੀਗਾ ਵੀ d/dt ਆਫ ਕਾਂਸਟੈਂਟ ਹੈ ਜਿਹੜਾ, ਉਹ ਆਪਣੇ ਕੋਲ ਕੀ ਹੋਊਗਾ? 0 ਹੋਊਗਾ। ਉਸ ਤੋਂ ਬਾਅਦ ਅਸੀਂ ਇਸ ਤਰ੍ਹਾਂ ਦਾ ਫੰਕਸ਼ਨ ਕੀਤਾ ਸੀ ਵੀ d/dx ਦਾ ਮਤਲਬ ਹੁੰਦਾ ਡਿਫਰੈਂਸ਼ੀਏਸ਼ਨ ਵਿਦ ਰਿਸਪੈਕਟ ਟੂ x। ਇਹਦਾ ਮਤਲਬ ਬੇਟੇ ਕੀ ਹੈ? ਡਿਫਰੈਂਸ਼ੀਏਸ਼ਨ ਵਿਦ ਰਿਸਪੈਕਟ ਟੂ x। ਇਹ ਫੰਕਸ਼ਨ ਹੈ, ਇੱਕ ਤਰ੍ਹਾਂ ਦਾ ਆਪਰੇਟਰ ਹੈ। ਇਹ ਆਪਰੇਟਰ ਹੈ, ਜਿਹੜੀ ਵੀ ਚੀਜ਼ ਇਹਦੇ ਵਿੱਚ ਆਊਗੀ ਉਹਨੂੰ ਇਹ ਆਪਰੇਟ ਕਰੂ। ਠੀਕ ਹੈ ਜੀ, ਇਹਦੇ ਵਿੱਚ ਜਿਵੇਂ ਆਪਾਂ ਇੱਕ ਫਾਰਮੂਲਾ ਕੀਤਾ ਸੀ ਵੀ ਮੰਨ ਲਓ ਆਪਣੇ ਕੋਲੇ ਕੋਈ ਦੋ ਫੰਕਸ਼ਨਸ ਹੈਗੇ u + v, ਤਾਂ ਉਹਦਾ ਡਿਫਰੈਂਸ਼ੀਏਸ਼ਨ ਕੀ ਹੋਊਗਾ? du/dx + dv/dx। ਦੋਵਾਂ ਦਾ ਅਲੱਗ-ਅਲੱਗ ਡਿਫਰੈਂਸ਼ੀਏਸ਼ਨ ਹੋ ਜਾਊਗਾ। ਠੀਕ ਹੈ, ਜਾਂ ਆਪਾਂ ਇਸ ਤਰ੍ਹਾਂ ਨਾਲ ਲਿਖਿਆ ਸੀ y = f of x। y ਤੇ x ਆਪਸ ਦੇ ਵਿੱਚ ਰਿਲੇਟਡ ਹੈ। ਜਿਹੜਾ x ਹੈ ਇਹਨੂੰ ਆਪਾਂ ਕਹਿੰਦੇ ਆ ਇੰਡੀਪੈਂਡੈਂਟ ਵੇਰੀਏਬਲ। ਜਿਹੜਾ y ਹੈ ਬੇਟੇ ਇਹਨੂੰ ਆਪਾਂ ਕੀ ਕਹਿੰਦੇ ਆ? ਡਿਪੈਂਡੈਂਟ ਵੇਰੀਏਬਲ। ਜਿਵੇਂ ਮੰਨ ਲਓ ਆ ਇਕੁਏਸ਼ਨ ਹੋ ਗਈ y = x² + x + 3। ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ? ਜਿਹੜਾ y ਹੈ ਉਹ ਡਿਪੈਂਡੈਂਟ ਵੇਰੀਏਬਲ ਹੈ, ਜਿਹੜਾ x ਹੈ ਉਹ ਇੰਡੀਪੈਂਡੈਂਟ ਵੇਰੀਏਬਲ ਹੈ। ਜੇ ਇਹਦਾ ਡਿਫਰੈਂਸ਼ੀਏਸ਼ਨ ਕਰਨਾ ਵਿਦ ਰਿਸਪੈਕਟ ਟੂ x ਤਾਂ ਆਪਾਂ ਇਹਨੂੰ ਐ ਲਿਖਾਂਗੇ dy/d। ਐਸ ਅਕੋਰਡਿੰਗਲੀ ਵੇਖੀਏ ਤਾਂ ਸਾਰਿਆਂ ਦਾ ਡਿਫਰੈਂਸ਼ੀਏਸ਼ਨ ਕੀ ਹੋਊਗਾ? ਅਲੱਗ-ਅਲੱਗ ਹੋਊਗਾ। ਕੱਲ ਆਪਾਂ ਇਸ ਤਰ੍ਹਾਂ ਦੇ ਕੀਤੇ ਸੀ, ਇਹਦਾ x² ਦਾ ਇੱਥੇ ਹੋਊਗਾ d/dx ਆਫ x + d/dx ਆਫ 3। ਆ ਕਾਂਸਟੈਂਟ ਹੈ, ਇਹਦਾ ਡਿਫਰੈਂਸ਼ੀਏਸ਼ਨ 0 ਹੋ ਜਾਊਗਾ। ਇਹਦੇ ਵਾਸਤੇ ਤੁਹਾਨੂੰ ਮੈਂ ਕੱਲ ਫਾਰਮੂਲਾ ਕਰਾਇਆ ਸੀ ਬੇਟੇ x ਦੀ n ਵਾਲਾ। ਪਾਵਰ ਅੱਗੇ ਚਲੀ ਜਾਂਦੀ ਹੈ, ਉੱਪਰ ਵਾਲੇ ਚੋਂ x ਦੀ n - 1 2 - 1, ਇੱਥੇ ਕੀ ਆ ਜਾਊਗਾ? 1 * ਡਿਫਰੈਂਸ਼ੀਏਸ਼ਨ ਆਫ ਦੈਟ dx/dx, ਉਹ 1 ਹੋ। ਸਿਮਿਲਰਲੀ x ਹੈ ਤਾਂ 1 ਅੱਗੇ ਆ ਜਾਊ, x ਦੀ ਪਾਵਰ 1 ਹੈ। ਠੀਕ ਹੈ ਜੀ, 1 - 1 ਕੀ ਹੋ ਜਾਊਗਾ ਬੇਟੇ? 0। ਕਿਸੇ ਵੀ ਚੀਜ਼ ਦੀ ਜਿਹੜੀ ਪਾਵਰ 0 ਹੈ ਉਹ ਆਪਣੇ ਕੋਲ ਕਿੰਨਾ ਹੁੰਦਾ? 1 ਹੁੰਦਾ। ਠੀਕ ਹੈ, ਇਹਦਾ ਮਤਲਬ ਇਹਨੂੰ ਡਿਫਰੈਂਸ਼ੀਏਸ਼ਨ ਕਰਨ ਤੇ ਸਾਡੇ ਕੋਲ ਰਿਜ਼ਲਟ ਕੀ ਹੈਗਾ? 2x + 1। ਦੱਸੋ ਬੇਟੇ, ਪੁਆਇੰਟ ਕਲੀਅਰ ਹੋਇਆ ਕਿ ਨਹੀਂ? ਇਹ ਕੱਲ ਕੀਤੇ ਸੀ ਆਪਾਂ ਇਹਦੇ ਨਾਲ ਦੇ। ਕਲੀਅਰ ਹੈ ਬੇਟੇ? ਆਵਾਜ਼ ਆ ਰਹੀ ਹੈ ਬੇਟੇ ਮੇਰੀ? ਦੱਸੋ ਨਾ ਫਿਰ, ਕਲੀਅਰ ਹੈ ਕਿ ਨਹੀਂ? ਕਲੀਅਰ ਹੈ। ਉਸੇ ਤਰ੍ਹਾਂ ਨਾਲ ਅਸੀਂ ਇੱਕ ਕੀਤਾ ਸੀ ਬੇਟੇ ਕੱਲ UV ਫਾਰਮੂਲਾ। UV ਫਾਰਮੂਲਾ ਕਹਿ ਲਓ ਜਾਂ ਕਹਿ ਲਓ ਪ੍ਰੋਡਕਟ ਰੂਲ। ਠੀਕ ਹੈ ਜੀ, UV ਫਾਰਮੂਲਾ ਜਾਂ ਪ੍ਰੋਡਕਟ ਰੂਲ, ਇਹਨੂੰ ਕਹਿ ਦਿੰਦੇ ਆ UV ਫਾਰਮੂਲਾ ਜਾਂ ਆਪਾਂ ਕੀ ਕਿਹਾ ਸੀ? ਪ੍ਰੋਡਕਟ ਰੂਲ। ਇਹਦੇ ਚ ਆਪਾਂ ਕਿਸ ਤਰ੍ਹਾਂ ਨਾਲ ਕੀਤਾ ਸੀ? d/dx ਆਫ UV। ਇਹਨੂੰ ਫਸਟ ਫੰਕਸ਼ਨ ਮੰਨਿਆ ਸੀ, ਇਹਨੂੰ ਸੈਕੰਡ ਫੰਕਸ਼ਨ ਕੀ ਕੀਤਾ ਸੀ ਬੇਟੇ? ਫਸਟ ਫੰਕਸ਼ਨ ਇਨਟੂ ਡਿਫਰੈਂਸ਼ੀਏਸ਼ਨ ਆਫ ਸੈਕੰਡ ਪਲੱਸ ਸੈਕੰਡ ਫੰਕਸ਼ਨ ਇਨਟੂ ਡਿਫਰੈਂਸ਼ੀਏਸ਼ਨ ਆਫ ਫਸਟ। ਇਹ ਆਪਾਂ ਲਾਇਆ ਸੀ। ਠੀਕ ਹੈ ਜੀ, ਸਿਮਿਲਰਲੀ ਆਪਾਂ ਕੀਤਾ ਸੀਗਾ u/v ਫਾਰਮੂਲਾ।
कहना मतलब जे अपने कोई फंक्शन है d/dx ऑफ u ऑफ v, ठीक है जी, इनू आप किया सी न्यूमीरेटर, इनू आप किया सी डिनोमीनेटर। तो आप इनू सॉल्व किवें कीता सीगा कि ਆਪਾਂ ਇਹਦੇ ਚ यूज ਕੀਤਾ ਸੀ डिनोमीनेटर ਦਾ ਸਕੁਅਰ इनटू डिनोमीनेटर इनटू डिफरेंशिएशन ऑफ न्यूमरेटर माइनस न्यूमरेटर इनटू डिफरेंशिएशन ऑफ डिनोमिनेटर। क्लियर होया कि नहीं होया बेटे यूवी फार्मूला? इस तरह नाल तुहानू यूवी दी फॉर्म नालों इनू मैं इस तरह नाल कराया सी d/dx ऑफ n/d, क्योंकि दो फंक्शन यूवी दी थां ते न्यूमरेटर ते डिनोमिनेटर जे आपां लिख लैंदे आ, ठीक है जी, डिनोमिनेटर दा स्क्वायर डिनोमिनेटर इनटू डिफरेंशिएशन ऑफ न्यूमरेटर माइनस न्यूमरेटर इनटू डिफरेंशिएशन ऑफ डिनोमिनेटर। ये सीगा ਜਿਹੜੇ ਅਸੀਂ ਫਾਰਮੂਲੇ, ठीक है जी। उस तो बाद ਅਸੀਂ ਫਾਰਮੂਲੇ ਕੀਤੇ ਸੀ ट्रिग्नोमैट्रिक ट्रिग्नोमैट्रिक फार्मूलास, ਉਹਨਾਂ ਦੀ ਆਪਾਂ ਡਿਫਰੈਂਸ਼ੀਏਸ਼ਨ ਕੈਲਕੂਲੇਟ ਕੀਤੀ ਸੀ, ਜਿਵੇਂ ਮੰਨ ਲਓ d/dx ਆਫ sin x ਕੀ ਸੀ ਬੇਟੇ ਇਹਦੀ ਵੈਲਿਊ d/dx ਆਫ sin x, ਠੀਕ ਹੈ ਬੇਟੇ। ਸਿਮਿਲਰਲੀ ਆਪਾਂ ਕੀਤੀ ਸੀ d/dx ਆਫ cos x, ਠੀਕ ਹੈ ਜੀ, ਇਹ ਆਪਣੇ ਕੋਲ ਕੀ ਆਈ ਸੀ? ਹਾਂਜੀ ਚਲੋ ਮੈਂ ਨਾ ਇੱਕ ਸ਼ੀਟ ਖੋਲਦਾ, ਉਹਦੇ ਚ ਆਪਾਂ ਰਿਵਾਈਜ਼ ਕਰ ਲੈਂਦੇ ਹਾਂ, ਠੀਕ ਹੈ। ਇੰਟੀਗ੍ਰੇਸ਼ਨ ਤੇ ਡਿਫਰੈਂਸ਼ੀਏਸ਼ਨ ਦੇ ਦੋਵੇਂ ਮੈਂ ਆਪਾਂ ਰਿਵਾਈਜ਼ ਕਰਵਾ ਦਿੰਨੇ, ਟਾਈਮ ਘੱਟ ਲੱਗੇਗਾ ਆਪਣਾ। ਸਕਰੀਨ ਨਜ਼ਰ ਆ ਰਹੀ ਬੇਟੇ? ਦੇਖੋ ਬੇਟੇ ਆਪਣੇ ਕੋਲ ਦੋ ਤਰ੍ਹਾਂ ਦੇ ਜਿਹੜੇ ਫੰਕਸ਼ਨਸ ਹੈ, ਇੱਕ ਇੰਟੀਗ੍ਰੇਸ਼ਨ ਇੱਕ ਡਿਫਰੈਂਸ਼ੀਏਸ਼ਨ। ਪਹਿਲਾਂ ਆਪਾਂ ਡਿਫਰੈਂਸ਼ੀਏਸ਼ਨ ਵਾਲਾ ਕਾਲਮ ਦੇਖਦੇ ਹਾਂ, ਠੀਕ ਹੈ ਜੀ। ਇਹਦੇ ਵਿੱਚ d/dx ਆਫ x, x ਦਾ ਮਤਲਬ ਕਿ ਇੱਥੇ ਪਾਵਰ 1 ਹੈ, ਜੇ ਪਾਵਰ 1 ਹੈ ਤਾਂ ਆਪਣੇ ਕੋਲ ਆਹ ਫਾਰਮੂਲਾ ਕੀਤਾ ਸੀ ਨਾ ਆਪਾਂ x ਦੀ n ਦਾ ਡਿਫਰੈਂਸ਼ੀਏਸ਼ਨ ਕੀ ਆਇਆ ਸੀ, n ਇੰਟੂ x ਦੀ n-1, ਯਾਦ ਹੈ ਕਿ ਨਹੀਂ ਬੇਟੇ? ਇਹਦਾ d/dx ਕਰਾਂਗੇ ਤਾਂ ਆਪਣੇ ਕੋਲ ਕੀ ਆਊਗਾ, n ਅੱਗੇ ਆ ਜਾਊਗਾ, x ਦੀ ਪਾਵਰ n-1 ਇੰਟੂ ਇੱਥੇ ਜਿਹੜੀ ਵੀ ਆ ਟਰਮ ਵਿੱਚ ਹੈ ਉਹਦਾ ਡਿਫਰੈਂਸ਼ੀਏਸ਼ਨ, ਜਿਵੇਂ dx/dx ਉਹ 1 ਹੋ ਗਿਆ, ਠੀਕ ਹੈ। ਸਿਮਿਲਰਲੀ ਇਹਨਾਂ ਨੇ ਇੱਥੇ ਆਪਣੇ ਕੋਲ ਕੀ ਕੀਤਾ ਹੋਇਆ, x ਦਾ ਡਿਫਰੈਂਸ਼ੀਏਸ਼ਨ ਕੀਤਾ ਹੋਇਆ। ਜਦੋਂ x ਦਾ ਡਿਫਰੈਂਸ਼ੀਏਸ਼ਨ ਕਰਾਂਗੇ ਤਾਂ x ਦੀ ਪਾਵਰ ਆਪਣੇ ਕੋਲ ਇੱਥੇ ਕਿੰਨੀ ਹੈ, 1, 1 ਅੱਗੇ ਆ ਜਾਏਗਾ, ਇਹ ਬਣ ਜਾਊਗਾ 1 ਅੱਗੇ ਆ ਜਾਏਗਾ, x ਦੀ ਪਾਵਰ 0, ਠੀਕ ਹੈ ਜੀ, ਇੰਟੂ dx/dx। ਕਿਸੇ ਵੀ ਚੀਜ਼ ਦੀ ਪਾਵਰ 0 ਆਪਣੇ ਕੋਲ ਕੀ ਹੁੰਦਾ, 1, ਇਸ ਲਈ ਇਹ ਫਾਰਮੂਲਾ ਇਹਨਾਂ ਕੋਲ ਕੀ ਬਣ ਗਿਆ, ਆਹ ਵਾਲਾ ਫਾਰਮੂਲਾ। ਕਲੀਅਰ ਹੋਇਆ ਕਿ ਨਹੀਂ ਹੈ ਬੇਟੇ? ठीक है। सिमिलरली अपने को डिफरेंशिएशन ऑफ ax, a इज कांस्टेंट, कांस्टेंट बाहर निकल जाएगा, dx/dx आई वैल्यू अपने को आ जाएगी। आ फार्मूला हुणे ਆਪਾਂ ਲਿਖਿਆ x ਦੀ ਪਾਵਰ n, n into x ਦੀ ਪਾਵਰ n-1। cos ਦਾ ਡਿਫਰੈਂਸ਼ੀਏਸ਼ਨ ਕੀ ਹੁੰਦਾ, ਮਾਈਨਸ sin x, sin x ਦਾ ਕੀ ਹੁੰਦਾ ਬੇਟੇ, cos x। ਟੈਂਜੈਂਟ ਦਾ ਕੀ ਹੁੰਦਾ ਬੇਟੇ, secant ਸਕੁਅਰ x। ਕੋਟੈਂਜੈਂਟ ਦਾ ਕੀ ਹੁੰਦਾ, ਮਾਈਨਸ ਕੋਸਿਕੈਂਟ ਸਕੁਅਰ x, माइनस कोसिकेंट स्क्वायर एक्स, CSC लिखे कोसिकेंट लिखे, ठीक है जी। उस तरह सीकेंट का की होंगे, सीकेंट एक्स इंटू टैन एक्स, सीकेंट का की होंगे बेटे अपने को सीकेंट एक्स इंटू टैन एक्स। याद है बेटे ये सारे फार्मूले? हाँ, ये आप गां जाके बेटे अपन इन्हों की जरूरत पैनी है, ठीक है। इन्हों माइंड दे विच रखो। लो उवें अपने कोल की है, सीकेंट एक्स का फार्मूला की है, सीकेंट एक्स इंटू टैन एक्स। कल भी आप किया सी भी जिहड़ा सीकेंट तो शुरू होंगे वो सीकेंट तो शुरू, जो कोसिकेंट है कोसिकेंट तो, ठीक है। सीकेंट का डिफरेंस सीकेंट इंटू टैन एक्स, कोसिकेंट का की है कोसिकेंट एक्स इंटू कॉट एक्स,
ln ਦਾ ਮਤਲਬ ਕੀ ਬੇਟੇ ਲੌਗ, ਨੈਚੁਰਲ ਲੌਗ ਆ ਜਿਹੜਾ ਉਹਨੂੰ ਆਪਾਂ ਇਸ ਤਰ੍ਹਾਂ ਨਾਲ ਸ਼ੋ ਕਰਦੇ ਹਾਂ। ਇੱਥੇ ਹੁੰਦਾ ਆਪਣੇ ਕੋਲੇ ਬੇਸ ਆਫ ਦੀ ਲੌਗ। ਦੋ ਤਰ੍ਹਾਂ ਦਾ ਲੋਗਰਿਥਮ ਆਪਣੇ ਕੋਲ ਹੋ ਸਕਦਾ, ਐਕਸਪੋਨੈਂਸ਼ੀਅਲ ਤੇ ਨੈਚੁਰਲ। ਨੈਚੁਰਲ ਦੇ ਵਿੱਚ ਹੁੰਦਾ ਬੇਸ 10, ਠੀਕ ਹੈ ਜੀ। ਜਦੋਂ ਐਕਸਪੋਨੈਂਸ਼ੀਅਲ ਨੂੰ ਅਸੀਂ log 10 ਦੇ ਵਿੱਚ ਕਨਵਰਟ ਕਰਨਾ ਹੋਵੇ ਤਾਂ ਅਸੀਂ 2.303 ਨਾਲ ਮਲਟੀਪਲਾਈ ਕਰਦੇ ਤਾਂ ਉਹਦਾ ਬੇਸ ਚੇਂਜ ਹੋ ਜਾਂਦਾ, ਐਕਸਪੋਨੈਂਸ਼ੀਅਲ ਟੂ ਨੈਚੁਰਲ ਦੇ ਵਿੱਚ ਆ ਜਾਂਦਾ, ਠੀਕ ਹੈ। ਇਹ ਜਦੋਂ log ਵਾਲੇ ਫੰਕਸ਼ਨ ਆਪਣੇ ਕੋਲ ਆਉਣਗੇ ਨਾਲ ਨਾਲ ਮੈਂ ਤੁਹਾਨੂੰ ਦੱਸਦਾ ਜਾਊਂਗਾ, ਠੀਕ ਹੈ। ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ? log ਦਾ ਡਿਫਰੈਂਸ਼ੀਏਸ਼ਨ ਕੀ ਹੁੰਦਾ? 1/x। log ਦਾ ਡਿਫਰੈਂਸ਼ੀਏਸ਼ਨ ਆਪਣੇ ਕੋਲ ਕੀ ਹੈ ਬੇਟੇ? 1/x। ਨਾਲ ਆਪਣੇ ਕੋਲ ਕੀ ਹੈ? dx/dx, ਜਿਹੜਾ ਵੀ ਫੰਕਸ਼ਨ ਵਿੱਚ ਦਿੱਤਾ ਹੁੰਦਾ ਨਾਲ ਉਹਦਾ ਡੈਰੀਵੇਸ਼ਨ ਆਪਾਂ ਕਰਦੇ ਹਾਂ, dx/dx 1 ਆ ਜਾਏਗਾ। ਸਿਮਿਲਰਲੀ ਜਿਹੜਾ e ਹੈ ਬੇਟੇ, ਇਹਨੂੰ ਆਪਾਂ ਕਹਿੰਦੇ ਐਕਸਪੋਨੈਂਸ਼ੀਅਲ ਫੰਕਸ਼ਨ। ਐਕਸਪੋਨੈਂਸ਼ੀਅਲ ਫੰਕਸ਼ਨ ਤੇ e ਦਾ ਜਿਹੜਾ ਡਿਫਰੈਂਸ਼ੀਏਸ਼ਨ ਹੈ ਜਿਹੜਾ ਉਹ ਸੇਮ ਹੀ ਹੁੰਦਾ, e ਰੇਜ਼ ਟੂ ਪਾਵਰ ਦਾ e ਰੇਜ਼ ਪਾਵਰ x। ਦੇਖੋ ਵੀ ਬੇਟੇ ਜਿਵੇਂ ਹੋਵੇ e ਰੇਜ਼ ਪਾਵਰ 2x, ਇਹਦਾ ਆਪਾਂ ਕਰੀਏ ਡਿਫਰੈਂਸ਼ੀਏਸ਼ਨ ਵਿਦ ਰਿਸਪੈਕਟ ਟੂ x ਤਾਂ ਕੀ ਆਏਗਾ ਬੇਟੇ? e ਰੇਜ਼ ਪਾਵਰ 2x ਦਾ e ਰੇਜ਼ ਪਾਵਰ 2x ਇਨਟੂ d/dx ਆਫ 2x। ਕਿਉਂਕਿ ਇੱਥੇ 1 ਸੀ ਤਾਂ ਤੁਹਾਨੂੰ ਕਲੀਅਰ ਨਹੀਂ ਹੋਇਆ, ਮੈਂ ਐਗਜ਼ਾਮਪਲ ਦਿੱਤੀ ਹੈ। ਇਹਦਾ ਡਿਫਰੈਂਸ਼ੀਏਸ਼ਨ ਕਰਾਂਗੇ 2 ਬਾਹਰ ਚਲਾ ਜਾਏਗਾ, dx/dx ਦਾ 1 ਆ ਜਾਏ, ਇਹਦਾ ਮਤਲਬ ਵੈਲਿਊ ਆਏਗੀ 2 e ਰੇਜ਼ ਪਾਵਰ 2x। ਦੱਸੋ ਬੇਟੇ ਪੁਆਇੰਟ ਕਲੀਅਰ ਹੋਇਆ ਕਿ ਨਹੀਂ ਹੋਇਆ? ਕਲੀਅਰ ਹੈ ਬੇਟੇ? ਠੀਕ ਹੈ ਬੇਟੇ। ਕਹਿਣ ਦਾ ਮਤਲਬ ਇਹ ਹੈ ਵੀ ਜਿੱਥੇ ਆ ਸਾਰੀਆਂ ਟਰਮਸ ਹੈਗੀਆਂ ਇਹਨਾਂ ਦੇ ਨਾਲ d/dx ਕਰਨਾ ਹੀ ਕਰਨਾ ਹੈ। ਜਿਵੇਂ ਇੱਥੇ x ਹੈ ਤਾਂ ਉਹ x ਦਾ ਕੀਤਾ, x 1 ਆ ਗਿਆ ਤਾਂ ਇਹ ਸ਼ੋ ਨਹੀਂ ਕਰ ਰਹੇ। ਜਿਵੇਂ ਇੱਥੇ e ਰੇਜ਼ ਪਾਵਰ x ਹੈ, ਇਹਦਾ e ਰੇਜ਼ ਪਾਵਰ x ਇਨਟੂ dx/dx। ਇਹ ਯਾਦ ਰੱਖਣਾ, ਇੱਥੇ ਸ਼ੋ ਨਹੀਂ, ਤਾਂ ਹੀ ਮੈਂ ਤੁਹਾਨੂੰ ਆ ਐਗਜ਼ਾਮਪਲ ਲਿਖ ਕੇ ਵਿਖਾਈ ਹੈ ਵੀ e ਰੇਜ਼ ਪਾਵਰ 2x ਹੋਵੇ ਤਾਂ ਇਹਦਾ ਡਿਫਰੈਂਸ਼ੀਏਸ਼ਨ ਕਰਾਂਗੇ e ਰੇਜ਼ ਪਾਵਰ 2x ਇਨਟੂ d/dx ਆਫ 2x। 2x ਦਾ ਕਰਾਂਗੇ 2 ਅੱਗੇ ਆ ਜਾਊਗਾ, ਖਤਮ ਹੋ ਜਾਊਗਾ, ਠੀਕ ਹੈ। ਉਵੇਂ ਇੱਥੇ ਐਕਸਪੋਨੈਂਸ਼ੀਅਲ ਦਾ ਕੀਤਾ ਸੀਗਾ, ਇੱਥੇ ਆਪਣੇ ਕੋਲ ਕੀ ਹੈ? ਬੇਸ a ਹੋਵੇ, a ਰੇਜ਼ ਟੂ ਪਾਵਰ x ਦਾ ਡਿਫਰੈਂਸ਼ੀਏਸ਼ਨ ਕੀ ਹੈ? log a, ਠੀਕ ਹੈ ਜੀ, ਇਨਟੂ a ਰੇਜ਼ ਟੂ ਪਾਵਰ x। ਯਾਦ ਰੱਖ ਲੈਣਾ ਫਾਰਮੂਲਾ। ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟਾ? a ਰੇਜ਼ ਪਾਵਰ x ਦਾ ਆਪਣੇ ਕੋਲ ਕੀ ਹੈ? log a ਇਨਟੂ a ਰੇਜ਼ ਪਾਵਰ x, ਠੀਕ ਹੈ। ਇਹਦਾ ਬੇਸ a ਹੈ, ਇੱਥੇ x ਹੈ, x ਨਾਲ x ਕਰਾਂਗੇ ਤਾਂ ਆਪਣੇ ਕੋਲ ਕੀ ਹੈ? ਉਹ 1 ਹੋ ਜਾਏਗਾ। ਜਿਵੇਂ ਇੱਥੇ e ਰੇਜ਼ ਪਾਵਰ x ਹੈ, ਇਹਦਾ ਬੇਸ ਸੀਗਾ ਐਕਸਪੋਨੈਂਸ਼ੀਅਲ, ਇਹ ਅਦਰ ਦੈਨ ਐਕਸਪੋਨੈਂਸ਼ੀਅਲ ਹੋਵੇ ਤਾਂ ਆਪਣੇ ਕੋਲ ਕੀ ਹੈ? ਜਿਹੜੀ ਵੀ ਟਰਮ ਦਿੱਤੀ ਹੋਈ ਹੈ ਉਹਦਾ log ਲੈ ਲਓ, ਨਾਲ ਉਹ ਟਰਮ ਉਵੇਂ ਦੀ ਉਵੇਂ ਆਪਣੇ ਕੋਲ, ਠੀਕ ਹੈ। ਇਹ ਇਨਵਰਸ ਫੰਕਸ਼ਨਸ ਹੈ, ਇੱਕ ਦੋ ਫਾਰਮੂਲੇ ਯਾਦ ਰੱਖਣੇ ਤਾਂ ਰੱਖ ਲਓ। ਇਨਵਰਸ ਜਿਵੇਂ ਜਿਵੇਂ ਆਉਣਗੇ ਆਪਾਂ ਉਵੇਂ ਉਵੇਂ ਯੂਜ਼ ਕਰਦੇ ਜਾਵਾਂ, ਕਿਉਂਕਿ ਹਜੇ ਤੁਹਾਨੂੰ ਨੌਲੇਜ ਨਹੀਂ ਇਨਵਰਸ ਫੰਕਸ਼ਨ ਕੀ ਹੈ, ਇਨਵਰਸ ਟ੍ਰਿਗਨੋਮੈਟਰੀ ਕੀ ਹੁੰਦੀ ਹੈ, ਠੀਕ ਹੈ। ਬੇਸਿਕਲੀ ਆਪਾਂ ਫਾਰਮੂਲੇ ਜਿਹੜੇ ਜ਼ਿਆਦਾ ਯੂਜ਼ ਕਰਨੇ ਇੱਥੇ ਤੱਕ ਹੀ ਕਰਨੇ ਆ 11 ਵਾਲੇ ਤੱਕ। ਜਿਹੜੇ ਹੁਣ ਅਸੀਂ ਪ੍ਰੈਜ਼ੈਂਟਲੀ ਯੂਜ਼ ਕਰਨੇ ਆ ਉਹ ਆਪਾਂ ਸਿੰਪਲ x ਰੇਜ਼ ਪਾਵਰ n ਵਾਲਾ ਯੂਜ਼ ਕਰਨਾ। ਇਹਨੂੰ ਬੋਲਦੇ ਬੇਟੇ ਕੀ ਸਾਈਨ ਇਨਵਰਸ x, d/dx ਆਫ ਸਾਈਨ ਇਨਵਰਸ x। ਡਿਫਰੈਂਸ਼ੀਏਸ਼ਨ ਆਫ ਸਾਈਨ ਇਨਵਰਸ x ਹੁੰਦਾ 1/√1 ਮਾਈਨਸ x ਸਕੁਅਰ। ਇਹ ਫਾਰਮੂਲਾ ਹੈ। ਸਿਮਿਲਰਲੀ ਆਪਣੇ ਕੋਲੇ ਕੀ ਹੈ? ਟੈਂਜੈਂਟ x ਦਾ ਡਿਫਰੈਂਸ਼ੀਏਸ਼ਨ ਇਨਵਰਸ ਆਫ ਟੈਂਜੈਂਟ x 1/1 ਪਲੱਸ x ਸਕੁਅਰ, 1/1 ਪਲੱਸ x ਸਕੁਅਰ, ਠੀਕ ਹੈ ਬੇਟੇ। ਇਹ ਤਾਂ ਕਲੀਅਰ ਹੋ ਗਿਆ ਕਿ ਨਹੀਂ ਹੋ ਗਿਆ? ਇਹਨੂੰ ਬਸ ਬੇਟੇ ਆ ਮੈਂ ਸ਼ੀਟ ਤੁਹਾਡੇ ਗਰੁੱਪ ਦੇ ਵਿੱਚ ਜਿਹੜੀ ਸੈਂਡ ਕਰਤੀ ਹੈ ਇਹਨੂੰ ਯਾਦ ਕਰ ਲਿਓ, ਠੀਕ ਹੈ। ਹੁਣ ਅਸੀਂ ਗੱਲ ਕਰੀਏ ਇੰਟੀਗ੍ਰੇਸ਼ਨ ਦੀ। ਜਿਹੜਾ ਇੰਟੀਗ੍ਰੇਸ਼ਨ ਹੈ ਬੇਟੇ ਇਹ ਰਿਵਰਸ ਆਫ, ਜਿਹੜਾ ਇੰਟੀਗ੍ਰੇਸ਼ਨ ਹੈ, ਇੰਟੀਗ੍ਰੇਸ਼ਨ ਇਜ਼ ਰਿਵਰਸ ਆਫ ਡਿਫਰੈਂਸ਼ੀਏਸ਼ਨ। ਡਿਫਰੈਂਸ਼ੀਏਸ਼ਨ ਦਾ ਉਲਟ ਹੈ। ਇੰਟੀਗ੍ਰੇਸ਼ਨ ਕਿੰਨੀ ਤਰ੍ਹਾਂ ਦੀ ਹੁੰਦੀ ਹੈ? ਇੰਟੀਗ੍ਰੇਸ਼ਨ ਬੇਸਿਕਲੀ ਇਜ਼ ਆਫ ਟੂ ਟਾਈਪ, ਡੈਫੀਨਿਟ ਤੇ ਇਨਡੈਫੀਨਿਟ, ਠੀਕ ਹੈ ਜੀ। ਇੰਟੀਗ੍ਰੇਸ਼ਨ ਆਪਣੇ ਕੋਲ ਕਿੰਨੀ ਤਰ੍ਹਾਂ ਦੀ ਹੈ? 2 ਤਰ੍ਹਾਂ ਦੀ ਹੈ। ਵਾਪਿਸ ਜਾਂਦੇ ਆਪਾਂ, ਉਸ ਤੋਂ ਬਾਅਦ ਦੁਬਾਰਾ ਆਪਾਂ ਕੰਪੈਰੀਜ਼ਨ ਕਰਕੇ ਇੱਥੇ ਆਵਾਂਗੇ, ਠੀਕ ਹੈ। ਇੰਟੀਗ੍ਰੇਸ਼ਨ ਆਪਣੇ ਕੋਲ ਕੀ ਹੈ? 2 ਤਰ੍ਹਾਂ ਦੀ ਹੈ। ਪਹਿਲਾਂ ਆਪਣੇ ਕੋਲੇ ਕੀ ਹੈ?
व्हाट इज इंटीग्रेशन? देखो बेटे, ਜੇ ਆਪਾਂ ਇਹਨੂੰ ਸਮਝਣ ਦੀ ਕੋਸ਼ਿਸ਼ ਕਰੀਏ, ਇਸ ਤਰ੍ਹਾਂ ਦੇ ਆਪਾਂ ਗ੍ਰਾਫ ਬਣਾਏ ਸੀਗੇ। ਉਸ ਗ੍ਰਾਫ ਦੇ ਵਿੱਚ ਕੀ ਸੀ, ਆਪਾਂ ਕੋਈ ਵੀ ਮੰਨ ਲਓ ਇਸ ਤਰ੍ਹਾਂ ਦੀ ਆਪਣੇ ਕੋਲੇ ਕੋਈ ਕਰਵ ਦਿੱਤੀ ਹੋਈ ਸੀ, ਮੰਨ ਲਓ ਇਹ ਕਰਵ ਹੈ, ਤਾਂ ਆਪਾਂ ਕੀ ਕੀਤਾ ਸੀ, ਏਰੀਆ ਅੰਡਰ ਦੀ ਕਰਵ ਹੈ ਜਿਹੜਾ ਉਹ ਕੈਲਕੂਲੇਟ ਕੀਤਾ ਸੀ। ਮੰਨ ਲਓ ਜਿਵੇਂ ਇਹ ਟੀ ਹੈ, ਇਹ ਵੈਲੋਸਿਟੀ ਹੈ, ਤਾਂ ਆਪਾਂ ਕੀ ਕੀਤਾ ਸੀ, ਏਰੀਆ ਅੰਡਰ ਦੀ ਕਰਵ ਕੈਲਕੂਲੇਟ ਕੀਤਾ ਸੀ। ਯਾਦ ਹੈ ਕਿ ਨਹੀਂ? ਏਰੀਆ ਅੰਡਰ ਦੀ ਕਰਵ ਕੈਲਕੂਲੇਟ ਕੀਤਾ ਸੀ, ਤੇ ਮੈਂ ਤੁਹਾਨੂੰ ਯਾਦ ਕਰਵਾਇਆ ਸੀ ਜਿਹੜਾ ਸਲੋਪ ਹੈ ਉਹ ਆਪਣੇ ਕੋਲੇ ਕਿਵੇਂ ਆਪਾਂ ਕੈਲਕੂਲੇਟ ਕਰਨਾ ਸੀ, 1 ਸਟੈਪ ਅੱਗੇ ਜਾਣਾ ਸੀ, ਫਾਰਵਰਡ। ਤੇ ਜਿਹੜਾ ਏਰੀਆ ਅੰਡਰ ਦੀ ਕਰਵ ਸੀਗਾ, ਏਰੀਆ ਉਹਦੇ ਵਿੱਚ ਕੀ ਜਾਣਾ ਸੀ, 1 ਸਟੈਪ ਬੈਕਵਰਡ। 1 ਸਟੈਪ ਬੈਕਵਰਡ। ਜਿਵੇਂ ਕੀ 1 ਸਟੈਪ ਬੈਕਵਰਡ ਦਾ ਕੀ ਮਤਲਬ ਸੀ, ਆਪਾਂ ਕਿਹਾ ਸੀ ਜਿਵੇਂ ਮੰਨ ਲਓ ਲਿਖੋ ਡਿਸਟੈਂਸ ਜਾਂ ਡਿਸਪਲੇਸਮੈਂਟ, ਫਿਰ ਵੈਲੋਸਿਟੀ ਆਉਂਦਾ, ਫਿਰ ਐਕਸਲਰੇਸ਼ਨ। ਇਹਦਾ ਮਤਲਬ ਜਿਹੜਾ ਐਕਸਟੀ ਗ੍ਰਾਫ ਹੈ ਉਹ ਸਲੋਪ ਕਾਹਦੀ ਦੱਸੂਗਾ, ਸਲੋਪ ਉਹਦੀ ਦੱਸੂਗੀ ਵੈਲੋਸਿਟੀ। ਜਿਹੜਾ ਵੀਟੀ ਗ੍ਰਾਫ ਹੈ ਉਹਦੀ ਸਲੋਪ ਆਪਣੇ ਕੋਲ ਕੀ ਦੱਸੂ, ਐਕਸਲਰੇਸ਼ਨ। ਠੀਕ ਹੈ। ਸਿਮਿਲਰਲੀ ਆਪਾਂ ਕਹੀਏ ਵੀ ਵੀਟੀ ਗ੍ਰਾਫ ਹੈ ਤਾਂ ਉਹਦਾ ਏਰੀਆ ਕੀ ਦੱਸੂਗਾ, ਡਿਸਪਲੇਸਮੈਂਟ। ਏਟੀ ਗ੍ਰਾਫ ਹੈ ਉਹਦਾ ਏਰੀਆ ਕੀ ਦੱਸੂਗਾ, ਵੈਲੋਸਿਟੀ। ਇਹ ਯਾਦ ਹੈ ਕਿ ਨਹੀਂ ਬੇਟੇ? ਠੀਕ ਹੈ। ਹਾਂ, ਇਹਨੂੰ ਇਹ ਆਪਾਂ ਪਹਿਲਾਂ ਕੀਤਾ ਹੋਇਆ। ਹੁਣ ਆਪਣੇ ਕੋਲੇ ਇੰਟੀਗ੍ਰੇਸ਼ਨ ਤੇ ਡਿਫਰੈਂਸ਼ੀਏਸ਼ਨ ਆਇਆ ਕਿਉਂ? ਜਿਹੜਾ ਡਿਫਰੈਂਸ਼ੀਏਸ਼ਨ ਆ ਉਹ ਬੇਸਿਕਲੀ ਸਲੋਪ ਕੈਲਕੂਲੇਟ ਕਰਨ ਵਾਸਤੇ ਅਸੀਂ ਮੈਥਮੈਟਿਕਲੀ ਟੂਲਸ ਦੀ ਵਰਤੋਂ ਕੀਤੀ ਹੈ। ਸਿਮਿਲਰਲੀ ਏਰੀਆ ਅੰਡਰ ਦੀ ਕਰਵ ਜੇ ਅਸੀਂ ਕੈਲਕੂਲੇਟ ਕਰਨਾ ਉਹਦੇ ਵਾਸਤੇ ਅਸੀਂ ਕੀ ਯੂਜ਼ ਕਰਦੇ ਹਾਂ, ਇੰਟੀਗ੍ਰੇਸ਼ਨ। ਇੰਟੀਗ੍ਰੇਸ਼ਨ ਦਾ ਮਤਲਬ ਹੈ ਇਕੱਠਾ ਕਰਨਾ ਇੱਕ ਪੁਆਇੰਟ ਦੇ ਉੱਪਰ। ਹੁਣ ਦੇਖੋ ਬੇਸਿਕਲੀ ਮੈਥਡ ਕੀ ਹੁੰਦਾ ਸੀ ਇੰਟੀਗ੍ਰੇਸ਼ਨ ਕਰਨ ਦਾ, ਜਾਂ ਆਪਾਂ ਕਹੀ ਏਰੀਆ ਅੰਡਰ ਦੀ ਕਰਵ ਕੈਲਕੂਲੇਟ ਕਰਨ ਦਾ, ਤਾਂ ਇਹ ਆਪਣੇ ਕੋਲ ਕੋਈ ਕਰਵ ਹੈ, ਅਸੀਂ ਟੋਟਲ ਏਰੀਆ ਇਹਦਾ ਕੈਲਕੂਲੇਟ ਕਰਨਾ। ਤਾਂ ਅਸੀਂ ਕਿਵੇਂ ਕੈਲਕੂਲੇਟ ਕਰਦੇ ਹਾਂ, ਵੀ ਡਿਵਾਈਡ ਦੀ ਹੋਲ ਕਰਵ ਇਨਟੂ ਸਮਾਲ ਪਾਰਟਸ। ਇਸ ਸਾਰੀ ਕਰਵ ਨੂੰ ਅਸੀਂ ਕੀ ਕਰਦੇ ਹਾਂ, ਸਮਾਲਰ ਪਾਰਟਸ ਦੇ ਵਿੱਚ ਕੀ ਕਰ ਦਿੰਦੇ ਹਾਂ ਬੇਟੇ, ਡਿਵਾਈਡ ਕਰ ਦਿੰਦੇ ਹਾਂ। ਮੰਨ ਲਓ ਇਹ ਪੁਆਇੰਟ ਏ ਹੋ ਗਿਆ, ਬੀ ਸੀ ਡੀ ਈ ਐਫ ਜੀ ਐਚ ਆਈ ਸੋ ਔਨ। ਅਸੀਂ ਹਰੇਕ ਇੰਟਰਵਲ ਵਾਸਤੇ ਕੀ ਕੈਲਕੂਲੇਟ ਕਰਦੇ ਸੀਗੇ, ਏਰੀਆ ਕੈਲਕੂਲੇਟ ਕਰਦੇ ਸੀ। ਹਰੇਕ ਕਰਵ ਵਾਸਤੇ ਕੀ ਕਰਦੇ ਸੀ, ਏਰੀਆ ਕੈਲਕੂਲੇਟ ਕਰਦੇ ਸੀ, ਰੈਕਟੈਂਗਲ ਬਣਾ ਕੇ ਲੈਂਥ ਇਨਟੂ ਬ੍ਰੈਡਥ। ਐਂਡ ਤੇ ਟੋਟਲ ਏਰੀਆ ਅਸੀਂ ਕਿਵੇਂ ਕੈਲਕੂਲੇਟ ਕਰਦੇ ਸੀ, ਸਮ ਕਰਕੇ। ਮੈਥਡ ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ? ਹਾਊ ਵੀ ਕੈਲਕੂਲੇਟ ਦੀ ਏਰੀਆ ਅੰਡਰ ਦੀ ਕਰਵ, ਕਿਵੇਂ ਕੈਲਕੂਲੇਟ ਕਰਦੇ ਸੀ, we divide the given curve into small intervals or pieces, then calculate the area of the every piece or strip, then net or total area is calculated by adding all the areas together। ਠੀਕ ਹੈ ਜੀ। ਜਿਹੜੀ ਇਹ ਪ੍ਰੋਸੈਸ ਸੀ ਇਹ ਆਪਣੇ ਕੋਲੇ ਕੀ ਸੀਗੀ, ਲੈਂਦੀ ਪ੍ਰੋਸੈਸ ਸੀਗੀ, ਟਾਈਮ ਕੰਜ਼ਿਊਮਿੰਗ ਪ੍ਰੋਸੈਸ ਸੀ। ਤਾਂ ਇਸ ਨੂੰ ਓਵਰਕਮ ਕਰਨ ਦੇ ਲਈ ਸਾਡੇ ਕੋਲ ਕਿਹੜਾ ਕਨਸੈਪਟ ਹੈ, ਇੰਟੀਗ੍ਰੇਸ਼ਨ। ਦੇਖੋ ਬੇਟੇ, ਜਿਹੜਾ ਅਸੀਂ ਪੁਆਇੰਟ ਯਾਦ ਰੱਖਣਾ ਹੈ ਉਹ ਆਪਣੇ ਕੋਲ ਕੀ ਕਹਿੰਦਾ ਵੀ ਇੰਟੀਗ੍ਰੇਸ਼ਨ ਐਂਡ ਸਮੀਸ਼ਨ। ਇੰਟੀਗ੍ਰੇਸ਼ਨ ਐਂਡ ਸਮੀਸ਼ਨ, ਸਮੀਸ਼ਨ ਦਾ ਸਾਈਨ ਹੁੰਦਾ ਬੇਟੇ, ਸਮੀਸ਼ਨ ਦਾ ਮਤਲਬ ਐਡ ਕਰਨਾ, ਸਾਰਿਆਂ ਨੂੰ ਐਡ ਕਰਨਾ। ਇੰਟੀਗ੍ਰੇਸ਼ਨ ਐਂਡ ਦੀ ਸਮੀਸ਼ਨ ਕਨਵੇਜ਼ ਸੇਮ ਮੀਨਿੰਗ। ਦੋਵਾਂ ਦਾ ਮਤਲਬ ਕੀ ਨਿਕਲੂਗਾ, ਸੇਮ, if path is continuous, if path is continuous। ਕੀ ਲਿਖਿਆ ਬੇਟੇ ਮੈਂ, ਬੋਲੋ, इंटीग्रेशन, बोलो बेटे, इंटीग्रेशन एंड समीशन कन्वेज सेम मीनिंग इफ पाथ इज कंटीन्यूअस। कंटीन्यूअस ਦਾ ਮਤਲਬ ਕੀ ਹੈ, ਜਿੰਦੇ ਵਿੱਚ ਬ੍ਰੇਕ ਨਾ ਹੋਵੇ, ਵਿਦਆਊਟ ਬ੍ਰੇਕ। ਦੇਖੋ ਬੇਟੇ, ਜਿਵੇਂ ਆਹ ਗ੍ਰਾਫ ਆਪਾਂ ਡਿਸਕਸ ਕੀਤਾ ਇਹ ਲਗਾਤਾਰ ਹੈ,
A to B, B to C, C to D, ਇਹ ਸਾਰਾ ਗ੍ਰਾਫ ਮਤਲਬ ਪਾਥ ਕੀ ਚੱਲ ਰਿਹਾ, ਲਗਾਤਾਰ ਚੱਲ ਰਿਹਾ। ਇਸ ਤਰ੍ਹਾਂ ਨਾਲ ਨਹੀਂ ਹੈਗਾ ਵੀ ਆਪਾਂ ਕਹੀਏ ਵੀ ਇੱਥੋਂ ਤੱਕ ਹੈ ਫਿਰ ਵਿੱਚ ਬ੍ਰੇਕ ਹੈ ਫਿਰ ਉਸ ਤੋਂ ਬਾਅਦ। ਜੇਕਰ ਬ੍ਰੇਕ ਨਾ ਹੋਵੇ ਤਾਂ ਅਸੀਂ ਮੈਥਮੈਟਿਕਲੀ ਕੀ ਹੈ, ਆਪਦਾ ਕੰਮ ਸੌਖਾ ਕਰਨ ਦੇ ਲਈ ਅਸੀਂ ਸਾਰਿਆਂ ਨੂੰ ਐਡ ਕਰਨ ਦੀ ਬਜਾਏ, ਸਮੇਸ਼ਨ ਕਰਨ ਦੀ ਬਜਾਏ ਉਹਨਾਂ ਦਾ ਕੀ ਕਰ ਸਕਦੇ ਹਾਂ, ਇੰਟੀਗ੍ਰੇਸ਼ਨ ਕਰ ਸਕਦੇ ਹਾਂ। ਇਹ ਇੰਟੀਗ੍ਰੇਸ਼ਨ ਦਾ ਸਿੰਬਲ ਹੈ। ਠੀਕ ਹੈ ਜੀ, ਬੇਸਿਕ ਆਈਡੀਆ ਕਲੀਅਰ ਹੋਇਆ ਵਾਈ ਇੰਟੀਗਰਲ ਜਾਂ ਇੰਟੀਗ੍ਰੇਸ਼ਨ ਵਾਸ ਇੰਟਰੋਡਿਊਸ ਟੂ ਕੈਲਕੂਲੇਟ ਦੀ ਏਰੀਆ ਅੰਡਰ ਦੀ ਕਰਵ, ਕੈਲਕੂਲੇਟ ਦੀ ਏਰੀਆ ਅੰਡਰ ਦੀ ਕਰਵ। ਤੁਸੀਂ ਪਲੱਸ 2 ਦੇ ਵਿੱਚ ਜਾ ਕੇ ਕਰੋਗੇ ਮੈਥ ਦੇ ਵਿੱਚ। ਠੀਕ ਹੈ ਬੇਟੇ, ਇੰਟੀਗ੍ਰੇਸ਼ਨ ਜਾਂ ਇੰਟੈਗਰਲ is of two types, ਇਹਦੀਆਂ ਦੋ ਟਾਈਪਸ ਹੈ। one is indefinite integral, second is definite integral। ਡੈਫੀਨੇਟ ਦੇ ਵਿੱਚ ਕੀ ਹੈ, ਲਿਮਿਟਸ ਦਿੱਤੀਆਂ ਹੁੰਦੀਆਂ, ਉਹ ਅਸੀਂ ਰਿਜ਼ਲਟ ਕੱਢਣ ਤੋਂ ਬਾਅਦ ਪੁੱਟ ਕਰਨੀਆਂ ਹੁੰਦੀਆਂ। ਇਹ ਆਪਣੇ ਕੋਲ ਕੀ ਹੈ, ਵਿਦਆਊਟ ਲਿਮਿਟ ਹੁੰਦਾ। ਬਟ ਅਸੀਂ ਕਿਹੜਾ ਯੂਜ਼ ਕਰਦੇ ਹਾਂ, 99% ਸਾਡੇ ਕੋਲ ਕਿਹੜਾ ਯੂਜ਼ ਹੁੰਦਾ, ਡੈਫੀਨੇਟ ਇੰਟੀਗਰਲ। ਠੀਕ ਹੈ ਜੀ, ਜਿਹੜੀ ਦੂਸਰੀ ਚੀਜ਼ ਯਾਦ ਰੱਖਣੀ ਹੈ, ਇੰਟੀਗ੍ਰੇਸ਼ਨ ਇਜ਼ ਰਿਵਰਸ ਪ੍ਰੋਸੈਸ ਆਫ ਡਿਫਰੈਂਸ਼ੀਏਸ਼ਨ। ਇਹਨਾਂ ਦੇ ਫਾਰਮੂਲੇ ਕੀ ਹੈ, ਉਲਟ। ਫਾਰਮੂਲੇ ਇੱਕ ਦੂਸਰੇ ਤੋਂ ਕੀ ਆਉਂਦੇ ਬੇਟੇ, ਅਪੋਜ਼ਿਟ ਆਉਂਦੇ। ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ? ਠੀਕ ਹੈ, ਇਹ ਮਤਲਬ ਕੋਈ ਨਹੀਂ ਟੈਨਸ਼ਨ ਵਾਲੀ ਗੱਲ ਨਹੀਂ। ਇਹ ਥਿਊਰਮਸ ਆਪਣੇ ਕੋਲ ਹੈਗੀਆਂ ਇਹਦੀਆਂ ਇੰਟੀਗ੍ਰੇਸ਼ਨ ਡਿਫਰੈਂਸ਼ੀਏਸ਼ਨ ਦੀ, ਜਿਵੇਂ ਜਿਵੇਂ ਯੂਜ਼ ਹੁੰਦੀਆਂ ਜਾਣਗੇ ਆਪਾਂ ਉਹਨੂੰ ਕਲੀਅਰ ਕਰਦੇ ਜਾਵਾਂਗੇ। ਠੀਕ ਹੈ, ਜਿਵੇਂ ਜਿਵੇਂ ਕੋਈ ਫਾਰਮੂਲਾ ਆਈ ਜਾਊਗਾ ਉਸੇ ਤਰ੍ਹਾਂ ਨਾਲ ਆਪਾਂ ਕਲੀਅਰ ਕਰਦੇ ਜਾਵਾਂਗੇ। ਦੇਖੋ ਜਿਵੇਂ ਇੰਟੀਗ੍ਰੇਸ਼ਨ ਦਾ ਆਪਾਂ ਦੇਖੋ x ਦੀ n ਦਾ ਡਿਫਰੈਂਸ਼ੀਏਸ਼ਨ ਕੀਤਾ ਸੀਗਾ ਆਪਾਂ। ਠੀਕ ਹੈ, ਆਪਾਂ ਕੀਤਾ ਸੀ d/dx ਆਫ x ਦੀ n। ਕੀ ਫਾਰਮੂਲਾ ਆਇਆ ਸੀ ਡਿਫਰੈਂਸ਼ੀਏਸ਼ਨ ਦਾ, n x ਦੀ n ਮਾਈਨਸ 1 ਇੱਥੇ dx/dx, ਜਿਹੜਾ ਅਸੀਂ ਲਿਖਦੇ ਹਾਂ। ਹੁਣ ਇੰਟੀਗ੍ਰੇਸ਼ਨ ਵੇਖੋ ਇਹਦੀ, x ਦੀ n ਦੀ ਇਨਟੂ dx। ਠੀਕ ਹੈ, ਜਿਵੇਂ ਇੱਥੇ ਥੱਲੇ ਲਿਖਿਆ ਹੁੰਦਾ ਸੀ dx ਵੀ ਵੀ ਆਰ ਡਿਫਰੈਂਸ਼ੀਏਟਿੰਗ ਵਿਦ ਰਿਸਪੈਕਟ ਟੂ x, ਇੱਥੇ ਨਾਲ ਲਿਖਿਆ ਹੁੰਦਾ ਵੀ ਆਰ ਇੰਟੀਗ੍ਰੇਟਿੰਗ ਵਿਦ ਰਿਸਪੈਕਟ ਟੂ x। ਇਹਦਾ ਫਾਰਮੂਲਾ ਕੀ ਹੈ, ਇੱਥੇ ਮਾਈਨਸ ਹੋਇਆ ਸੀ ਇੱਥੇ ਪਲੱਸ ਹੋਊਗਾ, x ਦੀ n ਪਲੱਸ 1 ਉੱਥੇ ਮਲਟੀਪਲਾਈ ਹੋਇਆ ਸੀ ਇੱਥੇ ਡਿਵਾਈਡ ਹੋਊ, ਕਿਉਂਕਿ ਉਲਟ ਹੈ। ਠੀਕ ਹੈ, ਇੱਥੇ ਕੋਈ ਨਾ ਕੋਈ ਲਿਮਿਟ ਦਿੱਤੀ ਹੋਊਗੀ, ਮੰਨ ਲਓ a to b, ਤਾਂ ਅਸੀਂ ਇਹਨੂੰ ਸੋਲਵ ਕਰਨ ਤੋਂ ਬਾਅਦ ਇਸ ਤਰ੍ਹਾਂ ਨਾਲ ਸਕੁਅਰ ਬ੍ਰੈਕਟ ਲਿਖ ਲੈਂਦੇ ਆ। ਇੱਥੇ ਲਿਖ ਲੈਂਦੇ a, ਇੱਥੇ ਲਿਖ ਲੈਂਦੇ b। ਇਹ ਨੀਚੇ ਹੈ ਤਾਂ ਇਹਨੂੰ ਕਹਿ ਦਿੰਦੇ ਆ ਲੋਅਰ ਲਿਮਿਟ, ਇਹ ਉੱਪਰ ਹੈ ਤਾਂ ਇਸ ਨੂੰ ਅਸੀਂ ਕੀ ਕਹਿ ਦਿੰਦੇ ਆ, ਅਪਰ ਲਿਮਿਟ। ਰਿਜ਼ਲਟ ਕੱਢਣ ਤੋਂ ਬਾਅਦ ਜਿਹੜੀ ਹੈ ਪਹਿਲਾਂ ਅਪਰ ਲਿਮਿਟ ਪੁੱਟ ਹੁੰਦੀ ਹੈ ਮਾਈਨਸ ਲੋਅਰ ਲਿਮਿਟ, ਇਹ ਯਾਦ ਰੱਖ ਲਿਓ, ਅਪਰ ਲਿਮਿਟ ਮਾਈਨਸ ਲੋਅਰ ਲਿਮਿਟ। ਦੱਸੋ ਬੇਟੇ ਫਾਰਮੂਲਾ ਕਲੀਅਰ ਹੋਇਆ ਕਿ ਨਹੀਂ ਹੋਇਆ? ਲਓ ਆਪਾਂ ਮੰਨ ਲਓ ਜਿਵੇਂ ਆਪਣੇ ਕੋਲ ਕੋਈ ਇੰਟੀਗ੍ਰੇਸ਼ਨ ਕਰਨਾ ਆਪਾਂ ਸੌਖਾ ਜਿਹਾ ਲੈ ਲਈਏ, x ਸਕੁਅਰ ਇਨਟੂ dx। ਠੀਕ ਹੈ ਜੀ, ਇੱਥੇ ਵੈਲਿਊ ਆਪਣੇ ਕੋਲ ਕੋਈ ਵੀ ਦਿੱਤੀ ਹੋਈ ਹੈ, ਮੰਨ ਲਓ ਆਪਣੇ ਕੋਲ ਲਿਖਿਆ ਹੋਇਆ 6 to 8, x ਦੀ ਕੋਈ ਵੀ ਵੈਲਿਊ ਹੋ ਸਕਦੀ ਹੈ। ਤਾਂ ਕਿਵੇਂ ਕਰਾਂਗੇ ਬੇਟੇ ਇੰਟੀਗ੍ਰੇਸ਼ਨ, ਦੱਸੋ? ਪਾਵਰ ਦੇ ਵਿੱਚ ਕੀ ਹੋਏਗਾ, ਐਡ x ਦੀ 2 + 1, ਫਿਰ ਡਿਵਾਈਡ ਹੋਏਗਾ 2 + 1, ਇੱਥੇ ਕੀ ਲਿਮਿਟ ਪੁੱਟ ਹੋਏਗੀ, ਇੱਥੇ 6, ਇੱਥੇ 8। ਕਿੰਨਾ ਬਣ ਗਿਆ ਬੇਟੇ ਇਹ, x ਦੀ 3 / 3, ਇੱਥੇ 6, ਇੱਥੇ 8। ਪਹਿਲਾਂ ਪੁੱਟ ਕਰੋ ਅਪਰ ਲਿਮਿਟ, ਅਪਰ ਲਿਮਿਟ ਪੁੱਟ ਕਰੋਗੇ ਤਾਂ x ਦੀ ਥਾਂ ਤੇ 8 ਪੁੱਟ ਕਰ ਦੇਣਾ। ਆ 1/3 ਆਪਾਂ ਕਾਂਸਟੈਂਟ ਹੈ, ਇਹਨੂੰ ਆਪਾਂ ਬਾਹਰ ਕੱਢ ਦਿੰਨੇ, ਇਹ ਬਣ ਗਿਆ 8 ਦਾ ਕਿਊਬ ਮਾਈਨਸ ਲੋਅਰ ਲਿਮਿਟ, x ਦੀ ਥਾਂ ਤੇ ਕੀ ਪੁੱਟ ਕਰਤਾ 6 ਤੇ, ਇਹਨੂੰ ਸੋਲਵ ਕਰ ਦੇਣਾ। ਠੀਕ ਹੈ ਜੀ, 8 × 8 × 8, 8 8 64, 8 512, ਛਿਕਮ ਛਿਕਮ 36, ਛਿਕਾ 216। ਉਹਨੂੰ ਸਬਟਰੈਕਟ ਕਰਕੇ ਜਿਹੜਾ ਆਪਣੇ ਕੋਲੇ ਰਿਜ਼ਲਟ ਆ ਜੀ। ਪੁਆਇੰਟ ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ, ਕਿਸ ਤਰ੍ਹਾਂ ਨਾਲ ਇਹਨੂੰ ਸੋਲਵ ਕਰਨਾ? ਹਾਂ ਕਰਨਾ ਕਰਨਾ ਕਰਨਾ, ਮੈਂ ਛੱਡ ਗਿਆ, ਇੱਥੇ 1/3 ਹੈਗਾ।
ਅਪਰ ਲਿਮਟ ਮਾਈਨਸ ਲੋਅਰ ਲਿਮਟ, ਜਿਹੜਾ ਵੀ ਆਪਣੇ ਕੋਲ ਫਾਰਮੂਲਾ ਜਿਹੜਾ ਵੀ ਇੱਥੇ ਬਣੂਗਾ ਉਹਨੂੰ ਆਪਾਂ ਅਲੱਗ-ਅਲੱਗ ਫਾਰਮੂਲੇ ਜਿਵੇਂ ਸਾਈਨ ਕਾਸ ਦੇ ਕੀਤੇ ਆ ਇੰਟੀਗ੍ਰੇਸ਼ਨ ਦੇ ਵਿੱਚ ਵੀ ਉਵੇਂ ਹੀ ਆਉਣਗੇ। ਉਹਨੂੰ ਸੋਲਵ ਕਰਨ ਤੋਂ ਬਾਅਦ ਜਿਹੜਾ ਫਾਈਨਲ ਸਟੈਪ ਹੋਊਗਾ ਉਹ ਹੋਊਗਾ ਆਹ ਵਾਲਾ, ਅਪਰ ਲਿਮਟ ਮਾਈਨਸ ਲੋਅਰ ਲਿਮਟ। ਜੇ ਆਪਣੇ ਕੋਲ ਡਿਫਰੈਂਸ ਮਤਲਬ ਲਿਮਟ ਨਹੀਂ ਦਿੱਤੀ ਹੋਈ ਤਾਂ ਉਹ ਇਨਡੈਫੀਨਿਟ ਇੰਟੀਗਰਲ ਹੋ ਜਾਏਗਾ, ਜੇ ਲਿਮਟ ਦਿੱਤੀ ਹੋਈ ਹੈ ਤਾਂ ਡੈਫੀਨਿਟ ਇੰਟੀਗਰਲ ਹੋ ਜਾਏਗਾ। ਲਿਮਟ ਐਂਡ ਤੇ ਜਾ ਕੇ ਕੀ ਹੈ, ਪੁੱਟ ਕਰ ਦੇਣੀ ਹੈ। ਪੁੱਟ ਕਿਵੇਂ ਕਰਨੀ, ਪਹਿਲਾਂ ਅਪਰ ਲਿਮਟ ਪੁੱਟ ਕਰਨੀ ਹੈ, ਮਾਈਨਸ ਕੀ ਕਰਨੀ ਹੈ, ਲੋਅਰ ਲਿਮਟ ਪੁੱਟ ਕਰਨੀ ਹੈ। ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ? ਠੀਕ ਹੈ। ਇਸੇ ਤਰ੍ਹਾਂ ਨਾਲ ਮੰਨ ਲਓ ਆਪਣੇ ਕੋਲੇ ਫਾਰਮੂਲਾ ਹੋਵੇ ਵਿੱਚ ਕਾਂਸਟੈਂਟ ਇਨਵੋਲਵ ਕਰ ਲਈ ax plus b ਦੀ dx, ਇਹਨੂੰ ਆਪਾਂ ਸੋਲਵ ਕਰਨਾ ਇਹਦੀ ਪਾਵਰ n। ਠੀਕ ਹੈ, ਤਾਂ ਇਹਨੂੰ ਸਾਰੇ ਨੂੰ ਆਪਾਂ ਇੱਕ ਫੰਕਸ਼ਨ ਮੰਨ ਕੇ ਜੇ ਅਸੀਂ ਸੋਲਵ ਕਰੀਏ ਤਾਂ ਇਹਦਾ ਰਿਜ਼ਲਟ ਕੀ ਆਊਗਾ, ax plus b ਦੀ ਪਾਵਰ n plus 1 ਡਿਵਾਈਡ ਬਾਈ n plus 1। ਡਿਫਰੈਂਸ਼ੀਏਸ਼ਨ ਚ ਆਪਾਂ ਕੀ ਕਰਦੇ ਸੀ, ਆਪਾਂ ਉੱਪਰ ਮਲਟੀਪਲਾਈ ਕਰਕੇ ਇਹਦਾ d by dx ਕੱਢ ਦਿੰਦੇ ਸੀ, ਐਂ ਕਰਦੇ ਸੀ ਨਾ ਬੇਟੇ। ਇੰਟੀਗ੍ਰੇਸ਼ਨ ਚ ਕੀ ਕਰਨਾ, ਇਹਦਾ ਥੱਲੇ ਥੱਲੇ ਲਿਖ ਕੇ ਇਹਦਾ d by dx ਕਰ ਦੇਣਾ, ਡਿਫਰੈਂਸ਼ੀਏਸ਼ਨ ਕਰ ਦੇਣਾ। ਇਹ ਯਾਦ ਰੱਖ ਲਓ। ਹੁਣ ਇਹ ਵੈਲਿਊ ਕੀ ਆ ਜੂਗੀ, ax plus b ਦੀ ਪਾਵਰ n plus 1 ਡਿਵਾਈਡ ਬਾਈ n plus 1। ਹੁਣ ਇਹਦਾ ਡਿਫਰੈਂਸ਼ੀਏਸ਼ਨ ਕਰਨਾ, a ਕਾਂਸਟੈਂਟ ਹੈ। ਠੀਕ ਹੈ, ਡਿਫਰੈਂਸ਼ੀਏਸ਼ਨ ਆਪਣੇ ਕੋਲ ਕੀ ਹੁੰਦਾ, ਪਾਵਰ ਅੱਗੇ ਆ ਕੇ ਇਹ 0 ਹੋ ਜਾਏਗਾ, ਇਹਦਾ ਮਤਲਬ a plus 0। ਯਾਦ ਹੈ ਨਾ ਇਹਦਾ ਡਿਫਰੈਂਸ਼ੀਏਸ਼ਨ, d by dx of ax plus b। a ਕਾਂਸਟੈਂਟ ਹੈ, ਬਾਹਰ ਚਲਾ ਜਾਏਗਾ, ਇਹਦੀ ਸੋਲਵ ਕਰੋਗੇ ਤਾਂ ਇਹ ਆ ਜਾਊਗਾ 1 into x ਦੀ 1 minus 0, n ਅੱਗੇ ਆ ਗਿਆ x ਦੀ n minus 1। ਇਹ ਕਾਂਸਟੈਂਟ ਹੈ, ਇਹਦਾ ਡਿਫਰੈਂਸ਼ੀਏਸ਼ਨ 0 ਹੋ ਜਾਏਗਾ। 1 minus 1 ਕਰਾਂਗੇ ਤਾਂ ਆਪਣੇ ਕੋਲੇ ਕੀ ਹੋਏਗਾ, x ਦੀ 0 ਬਣ ਜਾਏਗਾ। x ਦੀ 0 ਆਪਣੇ ਕੋਲ ਕਿੰਨਾ ਹੁੰਦਾ, 1 ਹੁੰਦਾ, ਕਿਸੇ ਵੀ ਟਰਮ ਦੀ 0 1 ਹੈ। ਇਹਦਾ ਮਤਲਬ ਆਪਣੇ ਕੋਲ ਕੀ ਆ ਗਿਆ, a ਆ ਗਿਆ ਜਿਹੜਾ ਅਸੀਂ ਇੱਥੇ ਲਿਖਿਆ। ਕਹਿੰਦਾ ਮਤਲਬ ਲਿਖਣ ਨੂੰ ਮੈਂ ਸਿੱਧਾ ਫਾਰਮੂਲਾ ਵੀ ਲਿਖ ਸਕਦਾ ਸੀ, ਇਹਦਾ ਸਿੱਧਾ ਫਾਰਮੂਲਾ ਆਪਣੇ ਕੋਲ ਕੀ ਬਣ ਗਿਆ ਵੀ ਇਹਦਾ ਰਿਜ਼ਲਟ ਸਾਡੇ ਕੋਲ ਕੀ ਆ ਗਿਆ, ax plus b ਦੀ ਪਾਵਰ n plus 1 ਡਿਵਾਈਡ ਬਾਈ n plus 1 into a। ਠੀਕ ਹੈ ਜੀ, ਪਲੱਸ ਇੱਥੇ ਆਪਾਂ ਇੱਕ ਟਰਮ ਐਡ ਕਰਦੇ ਜਾਂਦੇ ਜਿਹਨੂੰ ਅਸੀਂ ਕਹਿੰਦੇ ਕਾਂਸਟੈਂਟ। ਜੇਕਰ ਆਪਣੇ ਕੋਲੇ ਲਿਮਟ ਨਹੀਂ ਦਿੱਤੀਆਂ ਹੋਈਆਂ, ਅਪਰ ਲਿਮਟ ਲੋਅਰ ਲਿਮਟ, ਤਾਂ ਇੱਥੇ ਅਸੀਂ ਇੱਕ ਐਡ ਕਰ ਦਿੰਨੇ, c ਲਿਖ ਦਿੰਨੇ ਆ ਕਾਂਸਟੈਂਟ। ਇਹਨੂੰ ਕਹਿੰਦੇ ਕਾਂਸਟੈਂਟ ਆਫ ਇੰਟੀਗ੍ਰੇਸ਼ਨ। ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ? ਕਲੀਅਰ ਹੈ ਬੇਟੇ? ਫਾਰਮੂਲੇ ਹੈ ਬੇਟੇ, ਬਸ ਆਪਾਂ ਯਾਦ ਕਰਨੇ ਆ। ਠੀਕ ਹੈ, ਬੇਸਿਕਲੀ x ਦੀ n ਵਾਲਾ ਜਿਹੜਾ ਫਾਰਮੂਲਾ ਆਪਣੇ ਕੋਲੇ ਯੂਜ਼ ਹੁੰਦਾ ਜਾਂ ਸਾਈਨ ਜਾਂ ਕਾਸ ਵਾਲੇ ਯੂਜ਼ ਹੁੰਦੇ ਆ। ਇੰਟੀਗ੍ਰੇਸ਼ਨ ਤੇ ਡਿਫਰੈਂਸ਼ੀਏਸ਼ਨ ਇੱਕ ਦੂਸਰੇ ਦੇ ਕੀ ਹੈ, ਉਲਟ ਹੈ। ਠੀਕ ਹੈ, ਜਿਵੇਂ ਅਸੀਂ ਆਹ ਕੈਲਕੂਲੇਟ ਕੀਤਾ ਸੀਗਾ x ਦੀ n ਦਾ, ਅਸੀਂ ਆਹ ਕੈਲਕੂਲੇਟ ਕਰੀਏ, ਦੇਖੋ ਲਓ ਪ੍ਰੂਫ ਕਰਨ ਦੇ ਲਈ, ਜਿਵੇਂ ਮੰਨ ਲਓ ਆਪਾਂ ਆਹ ਚੀਜ਼ ਆਪਾਂ ਕੀਤੀ ਹੈ x ਦੀ n, ਇਹਦਾ ਫਾਰਮੂਲਾ ਕੀ ਬਣਦਾ ਹੁੰਦਾ, ਡਿਫਰੈਂਸ਼ੀਏਸ਼ਨ ਚ ਪਾਵਰ ਅੱਗੇ x ਦੀ n minus 1, ਇਹ ਹੁੰਦਾ ਨਾ। ਹੁਣ ਜੇ ਆਪਾਂ ਇਹਦਾ ਇੰਟੀਗ੍ਰੇਸ਼ਨ ਕਰ ਦਈਏ n into x ਦੀ n minus 1, ਠੀਕ ਹੈ ਜੀ, ਇਹ ਕਾਂਸਟੈਂਟ ਹੈ, ਬਾਹਰ ਚਲਾ ਗਿਆ, ਇਹਦਾ ਇੰਟੀਗ੍ਰੇਸ਼ਨ ਕਰੋ x ਦੀ n minus 1 ਦਾ। ਹੁਣੇ ਆਪਾਂ ਕੀਤਾ, ਇਹ ਆਪਣੇ ਕੋਲ ਕੀ ਹੈ, ਐਡ ਹੋਣਾ x ਦੀ n minus 1 plus 1 ਡਿਵਾਈਡ ਬਾਈ n minus 1 plus 1। ਕਲੀਅਰ ਹੋਇਆ ਕਿ ਨਹੀਂ? ਇਹ ਪਲੱਸ ਕਾਂਸਟੈਂਟ ਆਫ ਇੰਟੀਗ੍ਰੇਸ਼ਨ। ਇਹਨੂੰ ਸੋਲਵ ਕਰੀਏ, 1 ਨਾਲ 1 ਕੈਂਸਲ ਹੋ ਗਿਆ, ਇੱਥੇ ਆਪਣੇ ਕੋਲ ਕੀ ਹੈ, ਕੈਂਸਲ ਹੋ ਗਿਆ, ਇਹ ਬਣ ਗਿਆ n into x ਦੀ n ਡਿਵਾਈਡ ਬਾਈ n। n ਨਾਲ n ਕੀ ਹੋ ਗਿਆ, ਕਾਂਸਟ, ਰਿਜ਼ਲਟ ਕੀ ਆ ਗਿਆ, x ਦੀ n। ਦੇਖੋ ਉਹੀ ਆ ਗਿਆ ਨਾ। ਪੁਆਇੰਟ ਕਲੀਅਰ ਹੋਇਆ ਕਿ ਨਹੀਂ ਹੋਇਆ? ਇਸ ਲਈ ਜੇ ਤੁਸੀਂ ਡਿਫਰੈਂਸ਼ੀਏਸ਼ਨ ਦੇ ਫਾਰਮੂਲੇ ਯਾਦ ਕਰ ਲਏ ਤਾਂ ਤੁਹਾਨੂੰ 50-60% ਇੰਟੀਗ੍ਰੇਸ਼ਨ ਦੇ ਫਾਰਮੂਲੇ ਯਾਦ ਹੋ ਜਾਣੇ, ਕਿਉਂਕਿ ਉਹਨੇ ਉਲਟ ਚੱਲਣਾ। ਠੀਕ ਹੈ, ਲੋ ਹੁਣ ਆਪਾਂ ਛੇਤੀ ਛੇਤੀ ਇਹਦੇ ਫਾਰਮੂਲੇ ਲਿਖਦੇ ਹਾਂ, ਫਿਰ ਆਪਾਂ ਨੈਕਸਟ ਮੇਨ ਜਿਹੜੇ ਆਰਟੀਕਲ ਆ ਉਹਦੇ ਤੱਕ ਤਾਂ ਆਪਾਂ ਪਹੁੰਚੇ ਨਹੀਂ, 2 ਦਿਨ ਹੋ ਗਏ, ਕਿਉਂਕਿ ਇਹ ਮੈਥਮੈਟੀਕਲ ਟੂਲ ਜ਼ਰੂਰੀ ਸੀ, ਉੱਥੇ ਯੂਜ਼ ਹੋਣੇ ਸੀ ਇੰਟੀਗ੍ਰੇਸ਼ਨ ਡਿਫਰੈਂਸ਼ੀਏਸ਼ਨ। ਇਹਨੂੰ ਰਿਵਾਈਜ਼ ਕਰ ਲੈਣਾ। ਠੀਕ ਹੈ, ਹੁਣ ਦੇਖੋ ਜਿਵੇਂ ਇੰਟੀਗ੍ਰੇਸ਼ਨ ਆਫ ਸਾਈਨ x into dx, ਡਿਫਰੈਂਸ਼ੀਏਸ਼ਨ ਕੀ ਹੁੰਦਾ ਸਾਈਨ x ਦਾ, d by dx of sin x ਹੁੰਦਾ cos x। d by dx of sin x ਕੀ ਹੁੰਦਾ, cos x, ਤੇ ਇੰਟੀਗ੍ਰੇਸ਼ਨ ਕੀ ਹੋਊਗਾ, ਮਾਈਨਸ cos x। ਉਹਦੇ ਉਲਟ ਚੱਲੂਗਾ। ਇੱਥੇ ਕਰੀਏ ਇੰਟੀਗ੍ਰੇਸ਼ਨ ਆਫ cos x
डिफरेंशिएशन ऑफ cos x की ਹੁੰਦਾ माइनस sin x, ਇੱਥੇ ਕੀ ਆਊਗਾ ਪਲੱਸ sin x, ਕਿਉਂਕਿ ਉਹਦੇ ਉਲਟ ਚੱਲਣਾ ਪਲੱਸ ਮਾਈਨਸ ਦੇ ਹਿਸਾਬ ਨਾਲ। ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ? ਬੇਟੇ ਫਾਰਮੂਲਾ ਹੈ, ਫਾਰਮੂਲੇ ਦੇ ਵਿੱਚ ਮੈਂ ਤੁਹਾਨੂੰ ਆਹ ਗੱਲ ਦੱਸ ਰਿਹਾ ਵੀ ਇੰਟੀਗ੍ਰੇਸ਼ਨ ਤੇ ਡਿਫਰੈਂਸ਼ੀਏਸ਼ਨ ਇੱਕ ਦੂਸਰੇ ਦੇ ਅਲੱਗ ਹੈ। ਆਪਾਂ ਆਹ ਫਾਰਮੂਲਾ ਕੀਤਾ ਸੀ d/dx ਆਫ sin x। sin x ਦਾ ਡਿਫਰੈਂਸ਼ੀਏਸ਼ਨ ਕੀ ਹੁੰਦਾ? ਹੁੰਦਾ cos x। d/dx ਆਫ cos x ਕੀ ਹੁੰਦਾ? cos x ਦਾ ਡਿਫਰੈਂਸ਼ੀਏਸ਼ਨ ਕੀ ਹੁੰਦਾ? ਮਾਈਨਸ sin x ਹੁੰਦਾ। ਇਹ ਡਿਫਰੈਂਸ਼ੀਏਸ਼ਨ ਹੈ, ਇੱਕ ਦੂਜੇ ਦੇ ਉਲਟ ਹੈ। ਜੇ ਮੈਂ ਇਹਨਾਂ ਦਾ ਇੰਟੀਗ੍ਰੇਸ਼ਨ ਲਿਖਾਂ, ਵੇਖੋ sin x ਦਾ ਇੰਟੀਗ੍ਰੇਸ਼ਨ ਕੀ ਹੋਊਗਾ? ਇੱਥੇ ਇਹਦੇ ਨਾਲ ਮਾਈਨਸ ਆਇਆ ਸੀਗਾ, ਇੱਥੇ ਇਹਦੇ ਨਾਲ ਮਾਈਨਸ ਆ ਜਾਏਗਾ, ਮਾਈਨਸ cos x। ਇਧਰ ਆਇਆ cos ਹੀ ਸੀਗਾ, cos x into dx ਦਾ ਇੰਟੀਗ੍ਰੇਸ਼ਨ ਕਰੀਏ ਤਾਂ ਕੀ ਆਊਗਾ? ਇੱਥੇ ਮਾਈਨਸ ਆਇਆ ਸੀ, ਇਹਦੇ ਨਾਲ ਪਲੱਸ ਆ ਜੀ। ਕਲੀਅਰ ਹੋਇਆ ਕਿ ਨਹੀਂ ਹੋਇਆ? ਠੀਕ ਹੈ। ਬਾਕੀ ਜਿਹੜੀ ਇਹਦੇ ਵਿੱਚ ਆਪਾਂ ਗੱਲ ਕੀਤੀ ਸੀ ਵੀ ਕੋਈ ਵੀ ਫਾਰਮੂਲਾ ਹੈ ਜਿੰਦੇ ਵਿੱਚ ਆਪਣੇ ਕੋਲੇ ਕੋਈ ਨਾਲ ਹੋਰ ਟਰਮ ਲਿਖੀ ਹੋਈ ਹੈ ਤੇ ਇਹਦੇ ਨਾਲ ਹਰੇਕ ਦੇ ਨਾਲ ਆਹ ਚੀਜ਼ ਹੁੰਦੀ ਹੈ d/dx। ਧਿਆਨ ਨਾਲ ਦੁਬਾਰਾ ਸਮਝੋ, ਜੇਕਰ ਡਿਫਰੈਂਸ਼ੀਏਸ਼ਨ ਕੀਤੀ ਹੈ, ਜਿਵੇਂ ਮੰਨ ਲਓ ਆ ਕੀਤੀ ਸੀ ax + b, ਠੀਕ ਹੈ, ਤਾਂ ਡਿਫਰੈਂਸ਼ੀਏਸ਼ਨ ਕਰਨ ਤੋਂ ਬਾਅਦ ਐਂਡ ਤੇ ਜਿਹੜਾ ਰਿਜ਼ਲਟ ਆਉਂਦਾ ਉਹ d/dx ਆਪਾਂ ਇਹਦੀ ਵੀ ਕਰਦੇ ਸੀਗੇ, ਕੱਲੇ ਕੱਲੇ ਦੀ ਸੋਲਵ ਕਰਕੇ। ਠੀਕ ਹੈ, ਜਿਵੇਂ ਮੰਨ ਲਓ ਹੁਣ ਆਪਣੇ ਕੋਲ ਪਾਵਰ ਦੀ ਗੱਲ ਕਰ ਰਹੇ, ਜੇ ਪਾਵਰ n ਹੋਵੇ ਤਾਂ ਇਹਦੀ, ਠੀਕ ਹੈ, ਕਿਉਂਕਿ ਪਾਵਰ n ਹੈ ਤੇ ਲੱਗਾਂਗੇ n ਇੰਟੂ ਇਹਦੀ ਪਾਵਰ n-1 ਹੋ ਜਾਏਗੀ। ਉੱਥੇ ਅਸੀਂ ਛੱਡਣਾ ਨਹੀਂ, ਬਾਅਦ ਚ ਇਹਦਾ ਵੀ ਡਿਫਰੈਂਸ਼ੀਏਸ਼ਨ ਕਰਨਾ ax + b ਦਾ। ਜਦੋਂ ਡਿਫਰੈਂਸ਼ੀਏਸ਼ਨ ਕਰਨਾ ਤਾਂ ਉੱਪਰ ਮਲਟੀਪਲਾਈ ਕਰ ਦੇਣਾ, ਇਹੀ ਸਟੈਪ ਰਿਪੀਟ ਕਰਨਾ ਇੰਟੀਗ੍ਰੇਸ਼ਨ ਚ, ਉਹਦੇ ਵਿੱਚ ਅਸੀਂ ਕੀ ਕਰ ਦੇਣਾ? ਡਿਵਾਈਡ ਕਰ ਦੇਣਾ। ਕਲੀਅਰ ਹੋਇਆ ਕਿ ਨਹੀਂ ਹੋਇਆ? ਲਓ ਐਗਜ਼ਾਮਪਲ ਲੈ ਕੇ ਮੰਨ ਲਓ ਆਪਾਂ ਕਲੀਅਰ ਕਰਦੇ ਹਾਂ। ਉੱਪਰ ਵਾਲੀ ਐਗਜ਼ਾਮਪਲ ਹੀ ਲੈ ਲੈਂਦੇ ਇੰਟੀਗ੍ਰੇਸ਼ਨ ਦੀ। ਮੰਨ ਲਓ x ਦੀ ਥਾਂ ਤੇ ਨਾ ਆਪਣੇ ਕੋਲ ਲਿਖਿਆ ਹੋਇਆ sin of ax ਹੈ, ਮੰਨ ਲਓ, ਠੀਕ ਹੈ ਜੀ, ਆਪਣੇ ਕੋਲ ਲਿਖਿਆ ਹੋਇਆ sin of ax ਹੈ ਜਾਂ ax + b ਲਿਖ ਲਓ। ਇਹਦਾ ਆਪਾਂ ਕੀ ਕਰਨਾ? ਇੰਟੀਗ੍ਰੇਸ਼ਨ ਕਰਨਾ। ਤਾਂ ਆਪਾਂ ਨੂੰ ਪਤਾ ਸਾਈਨ ਦਾ ਇੰਟੀਗ੍ਰੇਸ਼ਨ ਕੀ ਹੋਊਗਾ? ਮਾਈਨਸ cos x। cos ਦੇ ਵਿੱਚ x ਦੀ ਥਾਂ ਤੇ ਕੀ ax + b, ਅੱਗੇ ਅਸੀਂ ਇੱਥੇ ਛੱਡ ਦਿੰਦੇ ਸੀ, ਹੁਣ ਅਸੀਂ ਕਰਾਂਗੇ ਡਿਵਾਈਡ ਬਾਏ d/dx ਆਫ ax + b। ਇਹਦਾ ਡਿਫਰੈਂਸ਼ੀਏਸ਼ਨ ਕਰਾਂਗੇ, ਇਹਦਾ ਡਿਫਰੈਂਸ਼ੀਏਸ਼ਨ ਹੋ ਜਾਊਗਾ 0, ਇਹਦਾ ਡਿਫਰੈਂਸ਼ੀਏਸ਼ਨ ਆ ਜਾਊਗਾ a। ਇਹਦਾ ਮਤਲਬ ਇਹਦਾ ਜਿਹੜਾ ਰਿਜ਼ਲਟ ਆਊਗਾ ਉਹ ਸਾਡੇ ਕੋਲ ਆਊਗਾ ਮਾਈਨਸ cos ਆਫ ax + b ਡਿਵਾਈਡ ਬਾਏ a। ਇਹ ਸਟੈਪ ਆਟੋਮੈਟਿਕਲੀ ਹੁੰਦਾ ਹੈ ਸਾਰਿਆਂ ਦੇ ਵਿੱਚ, ਆਪਾਂ ਉਹਨੂੰ ਛੱਡ ਦਿੰਨੇ ਆ। ਬਟ ਇਹਨੂੰ ਯਾਦ ਰੱਖੋ ਵੀ ਜੇਕਰ ਇੱਥੇ ਕੱਲਾ x ਹੈ ਤਾਂ d/dx ਹੋ ਜਾਂਦਾ, dx/dx ਕੱਟਿਆ ਜਾਂਦਾ, ਤਾਂ ਅਸੀਂ ਸਿੱਧਾ ਹੀ ਕਹਿੰਦੇ ਆ ਵੀ ਆਹ ਟਰਮ ਹੈ। ਕਲੀਅਰ ਹੋਇਆ ਕਿ ਨਹੀਂ ਹੋਇਆ? ਕਲੀਅਰ ਹੈ ਬੇਟੇ? ਹੁਣ sin x ਹੋ ਗਿਆ, cos x ਹੋ ਗਿਆ, ਠੀਕ ਹੈ ਜੀ। ਉਧਰ ਦੇਖੋ ਆਪਾਂ ਕੀਤਾ ਸੀਗਾ d/dx ਆਫ log x, ਹੁੰਦਾ 1/x। ਹੁਣ ਅਸੀਂ ਕਰੀਏ ਇਹਦਾ ਇੰਟੀਗ੍ਰੇਸ਼ਨ ਕਰੀਏ ਤਾਂ ਆਹ ਵਾਲੀ ਟਰਮ ਆ ਜਾਏਗੀ 1/x into dx। ਇਹਦਾ ਆਪਣੇ ਕੋਲ ਇੰਟੀਗ੍ਰੇਸ਼ਨ ਕੀ ਹੋਊਗਾ? log x। ਨਾਲ ਇੱਥੇ ਬੇਸ ਵੇਖਣਾ ਪੈਂਦਾ, ਐਕਸਪੋਨੈਂਸ਼ੀਅਲ ਹੈ, ਠੀਕ ਹੈ ਜੀ। ਤੇ ਡਿਫਰੈਂਸ਼ੀਏਸ਼ਨ ਹੈ 1/x ਹੁੰਦਾ, ਇੰਟੀਗ੍ਰੇਸ਼ਨ ਹੈ ਜਿਹੜਾ ਆਪਣੇ ਕੋਲ 1/x ਦਾ log ਹੁੰਦਾ, ਠੀਕ ਹੈ। ਐਕਸਪੋਨੈਂਸ਼ੀਅਲ ਫੰਕਸ਼ਨ ਦੀ ਗੱਲ ਕਰੀਏ, ਹੁਣੇ ਆਪਾਂ ਗੱਲ ਕੀਤੀ e raised power x ਦਾ e raised power x ਹੀ ਰਹਿਣਾ। ਉਵੇਂ ਡਿਫਰੈਂਸ਼ੀਏਸ਼ਨ ਕਰਦੇ ਆ ਇਹਦਾ e raised power x ਦਾ, ਉਹ ਵੀ ਆਪਣੇ ਕੋਲ ਕੀ e raised power x ਹੀ ਹੈ। ਬਟ ਜੇ ਇੱਥੇ e raised power ਮੰਨ ਲਓ ax ਹੁੰਦਾ, ਕਿਉਂਕਿ ਨਾਲ ਇੱਥੇ ਸਟੈਪ ਕੀ ਹੈ ਇੰਟੀਗ੍ਰੇਸ਼ਨ ਦੇ ਵਿੱਚ, ਕੀ ਥੱਲੇ d/dx ਆਫ ax, ਇਹ ਆ ਜਾਣਾ ਸੀ e raised power ax ਡਿਵਾਈਡ ਬਾਏ a। ਹਾਂਜੀ ਬੇਟੇ, ਆਪਾਂ ਡਿਫਰੈਂਸ਼ੀਏਸ਼ਨ ਕਰੀਏ, ਆਊਗਾ ਹੀ ਬੇਟੇ। ਆ ਦੇਖੋ ਇਹਦੀ ਗੱਲ ਕਰ ਰਹੇ ਹੋ ਨਾ, ਇੱਥੇ ਬੇਟੇ ਕੱਲਾ ਸਾਈਨ ਹੈ, ਸਾਈਨ ਦਾ ਡਿਫਰੈਂਸ਼ੀਏਸ਼ਨ ਕੀ ਹੋਊਗਾ ਆਪਣੇ ਕੋਲੇ?
cos x ਸਕੁਅਰ ਹੋ ਜੂ ਇਨਟੂ d ਬਾਈ dx ਆਫ 2x, ਇੱਥੇ ਇਹਦਾ ਕਰੇਗਾ ਤਾਂ ਨਾਲ ਕੀ ਆ ਜਾਊਗਾ 2x। ਬਟ ਇੱਥੇ ਕੀ ਹੈ, ਪਹਿਲਾਂ ਇਹਨੂੰ ਸਿੰਗਲ ਫੰਕਸ਼ਨ 'ਚ ਲੈ ਕੇ ਆਉਣਾ ਪਊਗਾ। ਜਿਵੇਂ ਤੁਹਾਨੂੰ ਪਤਾ ਟ੍ਰਿਗਨੋਮੈਟਰੀ 'ਚ ਆਪਾਂ ਕੀਤਾ ਸੀ ਸਾਈਨ ਸਕੁਅਰ x ਪਲੱਸ cos ਸਕੁਅਰ x ਕਿਹਦੇ ਬਰਾਬਰ ਹੁੰਦਾ 1। ਜਾਂ ਇਹਨੂੰ ਸਕੁਅਰ ਵਾਲੇ ਫੰਕਸ਼ਨ ਤੋਂ ਸਿੰਗਲ ਵਾਲੇ ਫੰਕਸ਼ਨ ਦੇ ਵਿੱਚ ਇਹਨੂੰ ਲੈ ਕੇ ਆਉਣਾ ਪਊਗਾ। ਠੀਕ ਹੈ, ਡਬਲ ਸਕੁਅਰ ਵਾਲੇ ਫੰਕਸ਼ਨ ਤੋਂ ਸਿੰਗਲ ਵਾਲੇ ਫੰਕਸ਼ਨ 'ਚ ਸਕੁਅਰ ਵਾਲੇ ਦੇ ਅਲੱਗ ਡਿਫਰੈਂਸ਼ੀਏਸ਼ਨ ਦੇ ਫਾਰਮੂਲੇ ਹੋਣਗੇ, ਦੋਵਾਂ 'ਚ ਫਰਕ ਹੈ। ਇਹ ਇਸ ਤਰ੍ਹਾਂ ਨਾਲ ਹੈ, ਇੱਕ ਤਰ੍ਹਾਂ ਨਾਲ ਸਾਈਨ x ਇਨਟੂ ਸਾਈਨ x, ਬੇਸ ਸੇਮ ਹੈ, ਪਾਵਰ ਐਡ ਹੋ ਜੂਗੀ। ਜਿਹੜਾ ਸਾਈਨ x ਸਕੁਅਰ ਆ ਉਹ ਕੱਲਾ ਹੀ ਹੈ, ਇਸ ਤਰ੍ਹਾਂ ਨਾਲ ਉਹ ਕੱਲੇ ਸਾਈਨ ਦਾ ਵਿੱਚ ਐਂਗਲ x ਸਕੁਅਰ ਹੈ। ਇੱਥੇ ਸਾਈਨ ਹੈ ਜਿਹੜਾ ਉਹਦਾ ਐਂਗਲ x ਹੈ, ਪਰ ਸਾਈਨ ਹੈਗਾ ਦੋ ਵਾਰੀ, ਅਲੱਗ-ਅਲੱਗ ਚੀਜ਼ ਹੈ ਬੇਟੇ। ਨਹੀਂ ਬੇਟੇ, ਉਹਦਾ ਫਾਰਮੂਲਾ ਅਲੱਗ ਲੱਗੂਗਾ, ਸਕੁਅਰ ਵਾਲੇ ਫਾਰਮੂਲੇ ਅਲੱਗ ਹੋਣਗੇ। ਆਪਾਂ ਤਾਂ ਸਿੰਪਲ ਕਰ ਰਹੇ ਹਾਂ ਨਾ। ਤੁਸੀਂ ਮੈਥਮੈਟਿਕਸ ਕਰੋਗੇ ਜਦੋਂ +2 ਦੇ ਵਿੱਚ ਇੰਟੀਗ੍ਰੇਸ਼ਨ ਡਿਫਰੈਂਸ਼ੀਏਸ਼ਨ, ਉਹਦੇ ਵਿੱਚ 1 ਮਾਈਨਸ cos ਆਫ 2 ਥੀਟਾ ਬਾਈ 2, ਇਹਨੂੰ ਪਹਿਲਾਂ ਕਨਵਰਟ ਕਰਨਾ ਪੈਂਦਾ। ਮਤਲਬ ਇਹਨਾਂ ਨੂੰ ਇਸ ਤਰ੍ਹਾਂ ਦੇ, ਇਹਨਾਂ ਦੇ ਸਿੰਗਲ ਐਂਗਲ ਟੂ ਡਬਲ ਐਂਗਲ, ਸਕੁਅਰ ਸਕੂਰ, ਉਹ ਕਨਵਰਟ ਕਰਕੇ ਇਸ ਤਰ੍ਹਾਂ ਦੇ ਫਾਰਮੂਲੇ ਬਣਦੇ ਆ। ਸਕੁਅਰ ਤੋਂ ਸਿੰਗਲ ਦੇ ਵਿੱਚ ਇਹਨੂੰ ਕਨਵਰਟ ਕਰਕੇ ਉਸ ਤੋਂ ਬਾਅਦ ਹੈ ਜਿਹੜਾ ਇਹਨਾਂ ਨੂੰ ਸੋਲਵ ਕਰਨਾ ਪੈਂਦਾ। ਬੜੇ ਮੈਥਡ ਹੈਗੇ ਇੰਟੀਗ੍ਰੇਸ਼ਨ ਤੇ, ਪੂਰਾ ਮਤਲਬ 3-4 ਚੈਪਟਰ ਹੈ ਤੁਹਾਡੇ +2 ਦੇ ਵਿੱਚ। ਇੰਟੀਗ੍ਰੇਸ਼ਨ ਬਾਈ ਪਾਰਟਸ, ਇੰਟੀਗ੍ਰੇਸ਼ਨ ਬਾਈ ਸਬਸਟੀਟਿਊਸ਼ਨ, ਸਿੰਪਲ ਇੰਟੀਗ੍ਰੇਸ਼ਨ, ਡੈਫੀਨਿਟ ਇੰਟੀਗ੍ਰੇਸ਼ਨ ਤੇ ਇਨਡੈਫੀਨਿਟ ਇੰਟੀਗ੍ਰੇਸ਼ਨ। ਉਹ ਬਹੁਤ ਜ਼ਿਆਦਾ ਡੈਪਥ 'ਚ ਚਲਾ ਜਾਂਦਾ, ਆਪਾਂ ਤਾਂ ਸਿੰਪਲ ਜੀਆਂ ਗੱਲਾਂ ਡਿਸਕਸ ਕਰੀ ਜਾਂਦੇ। ਬਟ ਜਿਹੜਾ ਕੁਐਸਚਨ ਤੁਸੀਂ ਪੁੱਟ ਕੀਤਾ ਉਹ ਉਹਦਾ ਆਨਸਰ ਇਹ ਹੈ ਵੀ ਇਹ ਅਲੱਗ-ਅਲੱਗ। ਜਿਹੜਾ ਅਸੀਂ ਫਾਰਮੂਲਾ ਕੀਤਾ ਉਹ ਕੱਲੇ ਸਾਈਨ x ਦਾ ਇੰਟੀਗ੍ਰੇਸ਼ਨ cos x ਹੈ, ਪਾਵਰ ਵਾਲੇ ਦਾ ਨਹੀਂ। ਗੱਲ ਕਲੀਅਰ ਹੋਈ ਕਿ ਨਹੀਂ ਹੋਈ ਬੇਟੇ? ਉਹਦੇ ਵਾਸਤੇ ਜਿਵੇਂ ਮੰਨ ਲਓ ਹੁਣ ਤੁਹਾਨੂੰ ਮੈਂ, ਜਿਵੇਂ ਤੁਸੀਂ ਪੁੱਛਿਆ, ਤੇ ਤੁਹਾਨੂੰ ਇੰਟੀਗ੍ਰੇਸ਼ਨ ਦੇ ਵਿੱਚ ਪ੍ਰੋਡਕਟ ਰੂਲ ਆਪਾਂ ਮਤਲਬ ਦੱਸ ਦਿੰਨੇ ਆ। ਮੰਨ ਲਓ ਆ ਜਿਵੇਂ ਆਪਾਂ ਡਿਫਰੈਂਸ਼ੀਏਸ਼ਨ ਨਹੀਂ ਕੀਤਾ ਸੀ, ਪ੍ਰੋਡਕਟ ਰੂਲ d ਬਾਈ dx ਆਫ uv, ਇੱਥੇ ਆਪਾਂ ਕੀ ਕੀਤਾ ਸੀ, ਫਸਟ ਫੰਕਸ਼ਨ ਇਨਟੂ ਡਿਫਰੈਂਸ਼ੀਏਸ਼ਨ ਆਫ ਸੈਕੰਡ ਪਲੱਸ ਸੈਕੰਡ ਫੰਕਸ਼ਨ ਇਨਟੂ ਡਿਫਰੈਂਸ਼ੀਏਸ਼ਨ ਆਫ ਫਸਟ। ਇਹਦੇ ਵਿੱਚ ਕੀ ਸੀ, ਜਿਹੜੇ u ਤੇ v ਹੈ ਉਹ ਡਿਪੈਂਡੈਂਟ ਸੀ x ਦੇ ਉੱਪਰ। ਜੇ ਨਾ ਡਿਪੈਂਡੈਂਟ ਹੁੰਦੇ ਤਾਂ ਆਪਾਂ ਉਹਨੂੰ ਸਿੱਧਾ 0 ਹੀ ਕਰ ਦਿੰਦੇ, ਕਾਂਸਟੈਂਟ ਹੋ ਜਾਂਦਾ ਉਹ। ਉਵੇਂ ਇੰਟੀਗ੍ਰੇਸ਼ਨ ਦੇ ਵਿੱਚ ਵੀ ਆਪਣੇ ਕੋਲ ਕੀ ਲੱਗਦਾ ਬੇਟੇ, ਫਾਰਮੂਲਾ ਲੱਗਦਾ। ਇਹਦੇ ਵਿੱਚ ਕੀ ਕਿਸ ਤਰ੍ਹਾਂ ਦਾ ਫਾਰਮੂਲਾ ਲੱਗਦਾ, ਇਹਨੂੰ ਫਸਟ ਫੰਕਸ਼ਨ ਆਪਾਂ ਕਹਿ ਦਿੰਨੇ ਆ ਪਹਿਲੇ ਨੂੰ, ਉਹਨੂੰ ਦੂਸਰੇ ਦਾ ਸੈਕੰਡ ਫੰਕਸ਼ਨ। ਤਾਂ ਇਹਦੇ ਵਿੱਚ ਕੀ ਕਰਦੇ ਆ ਆਪਾਂ, ਜਦੋਂ ਇਹਨੂੰ ਸੋਲਵ ਕਰਦੇ ਆ ਆਪਾਂ ਕਹਿੰਦੇ ਆ ਫਸਟ ਫੰਕਸ਼ਨ ਇਨਟੂ ਇੰਟੀਗ੍ਰੇਸ਼ਨ ਆਫ ਦੀ ਸੈਕੰਡ ਫੰਕਸ਼ਨ ਮਾਈਨਸ ਫਸਟ ਫੰਕਸ਼ਨ ਇਨਟੂ ਇੰਟੀਗ੍ਰੇਸ਼ਨ ਆਫ ਦੀ ਸੈਕੰਡ ਫੰਕਸ਼ਨ ਮਾਈਨਸ, ਇੱਥੇ ਆਪਾਂ ਕੀ ਕਰਦੇ ਆ ਸੈਕੰਡ ਫੰਕਸ਼ਨ ਇਨਟੂ ਇੰਟੀਗ੍ਰੇਸ਼ਨ ਆਫ ਫਸਟ ਇਨਟੂ ਸਾਰੇ ਦਾ ਇੰਟੀਗ੍ਰੇਸ਼ਨ। ਅੱਗੇ ਮੈਂ ਤੁਹਾਨੂੰ ਕਰਵਾਉਣਾ ਹੈ ਇਸ ਤਰ੍ਹਾਂ ਨਾਲ, ਆਹ ਫਾਰਮੂਲਾ ਲੱਗਦਾ। ਫਸਟ ਫੰਕਸ਼ਨ ਇੰਟੀਗ੍ਰੇਸ਼ਨ ਆਫ ਸੈਕੰਡ ਮਾਈਨਸ ਸਾਰੇ ਦਾ ਇੰਟੀਗ੍ਰੇਸ਼ਨ ਕਰਨਾ ਐਂਡ ਤੇ ਆਪਾਂ ਵਿੱਚ ਆਪਾਂ ਇਹਨੂੰ ਜਾ ਕੇ ਉਲਟਾ ਇਹਦਾ ਇੰਟੀਗ੍ਰੇਸ਼ਨ। ਕਲੀਅਰ ਹੋਇਆ ਕਿ ਨਹੀਂ ਹੋਇਆ? ਐਗਜ਼ੈਕਟਲੀ ਮੈਨੂੰ ਹੁਣ ਆਪ ਨੂੰ ਥੋੜਾ ਜਿਹਾ ਕਲੀਅਰ ਨਹੀਂ ਹੈਗਾ। ਮੈਂ ਗਾਂ ਤੁਹਾਨੂੰ PDF ਖੋਲਦਾ, ਉਦੋਂ ਤੁਹਾਨੂੰ ਮੈਂ ਫਾਰਮੂਲਾ ਜਿਹੜਾ ਤੁਹਾਨੂੰ ਦੱਸਦਾ ਕੀ ਹੈ। ਕਹਿੰਦਾ ਮਤਲਬ ਜਿਵੇਂ ਆਹ ਚੀਜ਼ ਹੈ ਨਾ ਤੁਹਾਡੀ, ਹੁਣ ਸਾਈਨ ਸਕੁਅਰ x ਤਾਂ ਇਹਨੂੰ ਆਪਾਂ ਐ ਲਿਖਾਂਗੇ ਸਾਈਨ x ਇਨਟੂ ਸਾਈਨ x ਇਨਟੂ dx। ਇਹਨੂੰ ਫਸਟ ਫੰਕਸ਼ਨ ਮੰਨਾਂਗੇ, ਇਹਨੂੰ ਸੈਕੰਡ ਫੰਕਸ਼ਨ, ਤੇ ਇਹਦੇ ਤੇ ਕਿਹੜਾ ਰੂਲ ਲੱਗੂਗਾ, ਪ੍ਰੋਡਕਟ ਰੂਲ ਲੱਗੂਗਾ। ਸਿੰਪਲੀ ਨਹੀਂ ਹੋਊਗਾ ਵੀ ਸਾਈਨ ਸਕੁਅਰ x ਦਾ cos ਸਕੁਅਰ x ਹੋ ਜੂ। ਕਲੀਅਰ ਹੋ ਗਿਆ ਕਿ ਨਹੀਂ ਹੋ ਗਿਆ? ਚਲੋ ਮੈਂ ਤੁਹਾਨੂੰ ਹੁਣ ਸ਼ੀਟ ਤੋਂ ਜਿਹੜੇ ਮੇਨ ਆਪਾਂ ਕੀਤੇ ਸੀਗੇ ਤੁਹਾਨੂੰ ਮੈਂ ਰਿਵਾਈਜ਼ ਕਰਵਾ ਦਿੰਦਾ। ਸਕਰੀਨ ਨਜ਼ਰ ਆ ਰਹੀ ਹੈ ਬੇਟੇ? ਆ ਦੇਖੋ ਇਹਦੇ ਵਿੱਚ ਆਪਾਂ ਕੀ ਕੀਤਾ, ਇੰਟੀਗ੍ਰੇਸ਼ਨ ਤੇ ਡਿਫਰੈਂਸ਼ੀਏਸ਼ਨ ਦੇ ਫਾਰਮੂਲੇ ਬਰਾਬਰ ਲਿਖੇ ਹੋਏ ਆ। ਇੱਥੇ x ਦਾ ਡਿਫਰੈਂਸ਼ੀਏਸ਼ਨ 1 ਹੈ, ਇੱਥੇ 1 ਦਾ ਇੰਟੀਗ੍ਰੇਸ਼ਨ x ਹੈ। ਕਹਿੰਦਾ ਮਤਲਬ ਇੱਥੇ x ਦੀ 1 ਹੈ ਪਾਵਰ, ਉਹਦਾ ਆਪਣੇ ਕੋਲ ਕੀ 1 ਅੱਗੇ ਚਲਾ ਗਿਆ, 1 ਮਾਈਨਸ 1 0 ਹੋ ਗਿਆ, ਤੇ ਇੱਥੇ 1 ਆ ਗਿਆ। ਇੱਥੇ ਆਪਣੇ ਕੋਲ ਆਪਾਂ ਇਹਨੂੰ 1 ਕਾਂਸਟੈਂਟ ਨੂੰ ਸੋਲਵ ਕੀਤਾ, 1 ਆਪਣੇ ਕੋਲ ਕੀ ਕਾਂਸਟੈਂਟ ਹੈ ਨਾ, ਇੱਥੇ ਕਾਂਸਟੈਂਟ ਨੂੰ ਸੋਲਵ ਕੀਤਾ ਤਾਂ x ਆ ਗਿਆ। ਇੱਥੇ ax ਹੈ,
ਇੱਥੇ a ਆ ਗਿਆ, a ਅੱਗੇ ਚਲਾ ਗਿਆ x ਦੀ ਪਾਵਰ, ਇੱਥੇ a ਦਾ ਕੀਤਾ ਤਾਂ ax ਆ ਗਿਆ, ਇੱਥੇ a x ਦੀ ਪਾਵਰ n ਦਾ ਕੀਤਾ ਤਾਂ ਪਾਵਰ ਅੱਗੇ ਆ ਗਈ n - 1 ਆ ਗਿਆ, ਇੱਥੇ ਇਹਦਾ ਇੰਟੀਗ੍ਰੇਸ਼ਨ ਕੀਤਾ ਤਾਂ x ਦੀ n+1 ਓਵਰ n+1 ਪਲੱਸ ਕੌਂਸਟੈਂਟ। ਇੱਧਰ ਦੇਖੋ cos x, ਠੀਕ ਹੈ ਜੀ, ਇੱਥੇ ਆਪਾਂ ਕੀ ਕੀਤਾ ਸੀਗਾ cos x ਦਾ ਕੀ ਆਇਆ ਸੀ ਬੇਟੇ ਮਾਈਨਸ sin x, ਇੱਥੇ sin x ਦਾ ਕੀ ਆਇਆ ਮਾਈਨਸ cos x। ਇਹਦਾ ਮਤਲਬ ਇੱਥੇ cos ਦਾ ਮਾਈਨਸ sin ਆਇਆ ਸੀ, ਇੱਥੇ sin ਦਾ ਮਾਈਨਸ cos ਆਇਆ, ਇੱਥੇ sin ਦਾ cos ਆਇਆ ਸੀ, ਇੱਥੇ cos ਦਾ sin ਆਇਆ। ਇੱਥੇ ਟੈਂਜੈਂਟ ਦਾ ਆਪਾਂ ਕੱਲ ਕੀਤਾ ਸੀ secant ਸਕੁਅਰ x, ਇੱਥੇ secant ਸਕੁਅਰ x ਦਾ ਕੀ ਹੈ ਟੈਂਜੈਂਟ x, ਉਹਦੇ ਉਲਟ ਚੱਲਣਾ ਹੈ, cot x ਦਾ ਮਾਈਨਸ cosecant ਸਕੁਅਰ x, ਇੱਥੇ ਇੱਥੇ cosecant ਸਕੁਅਰ x ਦਾ ਮਾਈਨਸ cot x, ਇੱਥੇ secant x ਕੀ secant x into tan x, ਇੱਥੇ ਇੰਟੀਗ੍ਰੇਸ਼ਨ ਕੀਤਾ secant x into tan x ਦਾ ਉਹ secant x ਪਲੱਸ ਕੌਂਸਟੈਂਟ। ਇਹ ਪੁਆਇੰਟ ਕਲੀਅਰ ਹੋਇਆ ਕਿ ਨਹੀਂ ਹੋਇਆ? ਇਹ ਬਸ ਫਾਰਮੂਲੇ ਆ ਜਿਹੜੇ ਆਪਾਂ ਯਾਦ ਰੱਖਣੇ, ਇਹ ਆਪਣੇ ਕੋਲ ਕੀ ਹੈ ਫਾਰਮੂਲੇ ਆ ਜਿਹੜੇ ਆਪਾਂ ਕੀ ਕਰਨੇ ਆ ਯਾਦ ਰੱਖਣੇ। ਕਲੀਅਰ ਹੈ ਬੇਟੇ? ਠੀਕ ਹੈ, ਉਹੀ ਜਿਹੜਾ ਹੁਣ ਆਪਾਂ ਲਿਖਿਆ ਸੀ ਪ੍ਰੋਡਕਟ ਰੂਲ ਸੀਗਾ, ਜਿਵੇਂ ਜਿਹੜਾ ਆਪਾਂ ਗੱਲ ਕਰ ਰਹੇ ਸੀ, ਦੋ ਆਪਣੇ ਕੋਲ ਫੰਕਸ਼ਨ ਹੈਗੇ, ਉਹਨਾਂ ਦਾ ਪ੍ਰੋਡਕਟ ਰੂਲ ਆਪਣੇ ਕੋਲ ਕਿਸ ਤਰ੍ਹਾਂ ਨਾਲ ਲੱਗੂਗਾ, ए बी है तो ਇਹਦੇ 'ਚ ਕੀ ਹੋਊਗਾ ਫਸਟ ਫੰਕਸ਼ਨ ਇਨਟੂ ਇੰਟੀਗ੍ਰੇਸ਼ਨ ਆਫ ਸੈਕੰਡ ਫੰਕਸ਼ਨ ਮਾਈਨਸ, ਪਹਿਲਾਂ ਇਹਨੂੰ ਸੋਲਵ ਕਰਾਂਗੇ, a ਡੈਸ਼ ਦਾ ਮਤਲਬ ਕੀ ਹੈ ਡਿਫਰੈਂਸ਼ੀਏਸ਼ਨ ਆਫ a, ਪ੍ਰੋਡਕਟ ਰੂਲ ਦਾ ਫਾਰਮੂਲਾ ਕੀ ਫਸਟ ਫੰਕਸ਼ਨ ਇਨਟੂ ਇੰਟੀਗ੍ਰੇਸ਼ਨ ਆਫ ਦੀ ਸੈਕੰਡ ਫੰਕਸ਼ਨ ਮਾਈਨਸ डिफरेंशिएशन ऑफ फर्स्ट फंक्शन इनटू इंटीग्रेशन ऑफ सेकंड, फिर सारे दा इंटीग्रेशन। नहीं, a डैश का मतलब डिफरेंशिएशन, ये मान लो आप लिखते थे ना dy by dx, यानी शॉर्ट फॉर्म च की लिखांगे y डैश, ये मान लो y डबल डैश लिखा तो मतलब कि ये दो बारी डिफरेंशिएशन है। क्लियर होया कि नहीं है बेटे? क्लियर है बेटे? नहीं क्लियर होया? डैश कह लो या प्राइम कह लो, कहने का मतलब ये सिंबल है, इनू आप ऐ लिख सकते हैं भी इत्थे a डैश ना लिखो, तुसीं इनू ऐ लिख दो, मान लो जी विद रिस्पेक्ट टू x करिए ना तो d by dx ऑफ a डैश, ठीक है। आ थले एग्जांपल वेखो तुहानू क्लियर हो जाएगा। हुण इत्थे दो फंक्शन है, एक x है एक cos x है, दोवां ते प्रोडक्ट रूल लगू। प्रोडक्ट रूल की कहंदा फर्स्ट फंक्शन, जो आप इनू सॉल्व करांगे आ फर्स्ट फंक्शन है, आ सैकंड फंक्शन है। रूल की कहंदा फर्स्ट फंक्शन इनटू इंटीग्रेशन ऑफ द सैकंड फंक्शन, cos दा इंटीग्रेशन की हुंदा sin x हुंदा ना, इंटीग्रेशन करता माइनस आ इंटीग्रेशन दा साइन बाद च आऊगा माइनस डिफरेंशिएशन ऑफ फर्स्ट फंक्शन, x दा डिफरेंशिएशन की होगा 1 इनटू इंटीग्रेशन ऑफ सैकंड फंक्शन, cos दा इंटीग्रेशन की होगा sin, फिर सारे दा इंटीग्रेशन। ये मेथड है, क्लियर होया कि नहीं होया बेटे? आ ऊपर लिखा होया वेखो ने, आ v है यू, आ फर्स्ट फंक्शन इनटू इंटीग्रेशन ऑफ सैकंड, आ वेखो इनदा इंटीग्रेशन करांगे तो डिफरेंशिएशन दा इंटीग्रेशन होगा, इनू ऐ याद रखो, फर्स्ट फंक्शन इनटू इंटीग्रेशन ऑफ सैकंड माइनस डिफरेंशिएशन ऑफ फर्स्ट फंक्शन, इन्हें आ 1 बाद चो लिखता, पहला डिफरेंशिएशन करना है, फिर सैकंड दा की करना है इंटीग्रेशन, फिर सारे दा इंटीग्रेशन। ये रूल है बहुत घट यूज करांगे, बट ये प्रोडक्ट रूल है, तुसीं पुछया सी मैं तां तुहानूं दसता। क्लियर होया कि नहीं होया? इत्थे डैश दा मतलब की है डिफरेंशिएशन, d by dx ऑफ a। आ दो फंक्शन है, ਜਿਹੜਾ ਪਹਿਲੇ ਤੇ ਸਟੈਪ ਕਰਨਾ ਬੇਟੇ ਯਾਦ ਰੱਖੋ ਉਹੀ ਦੂਜੇ ਤੇ ਕਰਨਾ। ਇਹਦਾ ਪਹਿਲੀ ਵਾਰੀ ਵੀ ਇੰਟੀਗ੍ਰੇਸ਼ਨ ਕੀਤਾ ਸੀ, ਦੂਜੀ ਵਾਰੀ ਵੀ ਇਹਦਾ ਇੰਟੀਗ੍ਰੇਸ਼ਨ ਕਰਨਾ। ਇਹਦਾ ਪਹਿਲੀ ਵਾਰੀ ਕੁਝ ਨਹੀਂ ਕੀਤਾ ਸੀ, ਇਹਦਾ ਦੂਜੀ ਵਾਰੀ ਡਿਫਰੈਂਸ਼ੀਏਸ਼ਨ ਕਰਨਾ, ਜਿਹੜਾ ਰਿਜ਼ਲਟ ਆਊਗਾ ਫਿਰ ਉਹ ਸਾਰੇ ਦਾ ਇੰਟੀਗ੍ਰੇਸ਼ਨ। ਠੀਕ ਹੈ, ਮੰਨ ਲਓ ਆ ਫੰਕਸ਼ਨ ਪਹਿਲਾ, ਆ ਫੰਕਸ਼ਨ ਦੂਜਾ, ਦੋ ਫੰਕਸ਼ਨਾਂ ਦਾ ਜੇ ਤੁਸੀਂ ਇਹਨੂੰ ਸੋਲਵ ਕਰੋਗੇ ਤਾਂ ਪਹਿਲੀ ਵਾਰੀ ਕੀ ਹੈ, ਪਹਿਲਾ ਫੰਕਸ਼ਨ ਉਵੇਂ ਦਾ ਉਵੇਂ ਲਿਖ ਲੈਣਾ, ਦੂਸਰੇ ਫੰਕਸ਼ਨ ਦਾ ਕੀ ਕਰ ਦੇਣਾ ਇੰਟੀਗ੍ਰੇਸ਼ਨ ਕਰ ਦੇਣਾ ਮਾਈਨਸ
ਪਹਿਲੀ ਵਾਰੀ ਪਹਿਲਾ ਫੰਕਸ਼ਨ ਉਹੀ ਛੱਡਤਾ ਸੀ ਨਾ, ਹੁਣ ਪਹਿਲੇ ਦਾ ਕੀ ਕਰਦੇ ਨੇ, ਡਿਫਰੈਂਸ਼ੀਏਸ਼ਨ, ਦੂਸਰਾ ਉਵੇਂ ਦਾ ਉਵੇਂ, ਉਹਦਾ ਵੀ ਇੰਟੀਗ੍ਰੇਸ਼ਨ, ਜਿਹੜਾ ਇਹਦਾ ਰਿਜ਼ਲਟ ਆਊਗਾ ਇਹਦਾ ਸਾਰੇ ਦਾ ਵੀ ਕੀ ਕਰਨਾ, ਇੰਟੀਗ੍ਰੇਸ਼ਨ। ਇਹ ਮੈਥਡ, ਠੀਕ ਹੈ। ਇੱਥੇ ਆਪਣੇ ਮੋਟੇ-ਮੋਟੇ ਜਿਹੇ ਫਾਰਮੂਲੇ ਜਿਹੜੇ ਆਪਣੇ ਕੋਲੇ ਉਹ ਡਿਫਰੈਂਸ਼ੀਏਸ਼ਨ ਤੇ ਇੰਟੀਗ੍ਰੇਸ਼ਨ ਦੇ, ਆਹੀ ਮੈਂ ਤੁਹਾਨੂੰ ਸੈਂਡ ਕਰਤੇ ਗਰੁੱਪ ਦੇ ਵਿੱਚ। ਇੰਟੀਗ੍ਰੇਸ਼ਨ ਦਾ ਮਤਲਬ ਕੀ ਹੈ, ਏਰੀਆ ਅੰਡਰ ਦੀ ਕਰਵ ਕੈਲਕੂਲੇਟ ਕਰਨ ਦੇ ਲਈ ਜਿਹੜਾ ਮੇਨ ਪੁਆਇੰਟ ਯਾਦ ਕਰਨਾ, ਇੰਟੀਗ੍ਰੇਸ਼ਨ ਐਂਡ ਦੀ ਸਮੇਸ਼ਨ ਕਨਵੇ ਦੀ ਸੇਮ ਮੀਨਿੰਗ ਇਫ ਪਾਥ ਇਜ਼ ਕੰਟੀਨਿਊਸ। ਕਹਿੰਦਾ ਮਤਲਬ ਵਾਰੀ-ਵਾਰੀ ਸਮ ਕਰਨ ਨਾਲੋਂ ਸਾਰਿਆਂ ਦਾ ਆਪਾਂ ਸਾਰਿਆਂ ਦਾ ਇੰਟੀਗ੍ਰੇਸ਼ਨ ਕਰਕੇ ਸਿੰਪਲ ਕੈਲਕੂਲੇਸ਼ਨ ਕਰ ਸਕਦੇ ਹਾਂ। ਡਿਫਰੈਂਸ਼ੀਏਸ਼ਨ ਦਾ ਮਤਲਬ ਆਪਾਂ ਕੀ ਯੂਜ਼ ਕਰਦੇ ਸੀ, ਕਿਸੇ ਇੱਕ ਪੁਆਇੰਟ ਦੇ ਉੱਪਰ ਟੈਂਜੈਂਟ ਜਾਂ ਸਲੋਪ ਕੱਢਣ ਦੇ ਲਈ, ਠੀਕ ਹੈ। ਇੱਥੇ ਤੱਕ ਦੱਸੋ ਕੋਈ ਡਾਊਟ ਹੈਗਾ ਤਾਂ ਕਲੀਅਰ, ਬਾਲੇ ਕਨਫਿਊਜ਼ ਨਾ ਹੋ ਬੇਟੇ, ਮੋਟੇ-ਮੋਟੇ ਜਿਹੇ ਫਾਰਮੂਲੇ ਜਿਹੜੇ ਉਹ ਯਾਦ ਕਰ ਲਓ, ਠੀਕ ਹੈ ਜੀ। 4 ਤਰ੍ਹਾਂ ਦੇ ਆਪਣੇ ਕੋਲੇ ਫਾਰਮੂਲੇ ਆਪਾਂ ਡਿਫਰੈਂਸ਼ੀਏਸ਼ਨ ਜਾਂ ਇੰਟੀਗ੍ਰੇਸ਼ਨ ਕਰਨਾ ਹੈ, ਉਹਦੇ 'ਚ ਆਪਾਂ ਯੂਜ਼ ਕਰਦੇ ਹਾਂ, ਠੀਕ ਹੈ ਜੀ। ਪਹਿਲਾਂ ਕਾਂਸਟੈਂਟ ਤੇ ਅਪਲਾਈ ਕਰਦੇ ਹਾਂ, ਫਿਰ ਪੋਲੀਨੋਮੀਅਲ, ਕਹਿੰਦਾ ਮਤਲਬ ਐਕਸ ਦੀ ਐਨ, ਐਕਸ ਸਕੁਅਰ ਪਲੱਸ ਵਾਈ ਸਕੁਅਰ, ਫਿਰ ਐਕਸਪੋਨੈਂਸ਼ੀਅਲ ਫੰਕਸ਼ਨ ਈ ਰੇਜ਼ ਪਾਵਰ ਐਕਸ, ਤੇ ਫਿਰ ਲੌਗ ਦੇ। 4 ਤਰ੍ਹਾਂ ਦੇ, ਠੀਕ ਹੈ। ਇਹਨਾਂ 4 ਤਰ੍ਹਾਂ ਦੇ ਵਿੱਚੋਂ ਇੱਕ ਇੱਕ ਮੈਥਡ ਆ ਜਿਹੜਾ ਚਾਰਾਂ ਦਾ, ਉਹ ਕੀ ਕਰ ਲੈਣਾ, ਯਾਦ ਕਰ ਲੈਣਾ। ਸਾਈਨ ਦਾ ਕਾਸ, ਕਾਸ ਦਾ ਸਾਈਨ, ਇਸ ਤਰ੍ਹਾਂ ਦਾ। ਤੇ ਉਸ ਤੋਂ ਬਾਅਦ ਜਿਹੜਾ ਕੱਲ ਹੈ, ਫਿਰ ਆਪਾਂ ਹੁਣ ਜਿਹੜਾ ਆਪਣਾ ਇੱਕ ਆਰਟੀਕਲ ਰਹਿ ਗਿਆ ਸੀਗਾ, ਯੂਨੀਫਾਰਮਲੀ ਐਕਸਲਰੇਟਡ ਮੋਸ਼ਨ ਹੈ ਜਿਹੜਾ, ਉਹਦਾ ਐਨਾਲਿਟੀਕਲ ਟ੍ਰੀਟਮੈਂਟ ਕਰਨਾ, ਜਿਹੜਾ ਉਹਦੇ ਵਿੱਚ ਅਸੀਂ ਇਹ ਯੂਜ਼ ਕਰਨਾ, ਠੀਕ ਹੈ ਬੇਟੇ, ਕਲੀਅਰ ਹੈ ਬੇਟੇ। ਇਹਨੂੰ ਰਿਵਾਈਜ਼ ਕਰ ਲਿਓ ਠੰਡੇ ਦਿਮਾਗ ਨਾਲ, ਜਿਹੜਾ ਮੈਂ ਪੀਡੀਐਫ ਸੈਂਡ ਕੀਤਾ ਉਹਨੂੰ ਯਾਦ ਕਰ ਲਿਓ ਬਸ। ਮੈਥਡ ਜਿਹੜਾ ਵੀ ਕਰਨਾ ਹੈ ਉਹਨੂੰ ਥੋੜਾ ਥੋੜਾ, ਜਿਵੇਂ ਇੱਕ ਇੱਕ ਐਗਜ਼ਾਮਪਲ ਲੈ ਕੇ ਤੁਹਾਡੀ ਬੁੱਕ ਦੇ ਵਿੱਚ ਨਾ, ਆਪਦੀ ਬੁੱਕ ਜਦੋਂ ਤੁਸੀਂ ਖੋਲੋਗੇ ਮਾਡਰਨ ਦੀ, ਤਾਂ ਉਹਦੇ ਵਿੱਚ ਸ਼ੁਰੂ ਤੋਂ ਹੀ ਆਹ ਚੀਜ਼ ਸ਼ੁਰੂ ਹੁੰਦੀ ਹੈ। ਚੌਥਾ ਚੈਪਟਰ ਦਿੱਤਾ ਹੋਇਆ ਡਿਫਰੈਂਸ਼ੀਏਸ਼ਨ, ਉਸ ਤੋਂ ਬਾਅਦ ਪੰਜਵਾਂ ਚੈਪਟਰ ਦਿੱਤਾ ਹੋਇਆ ਇੰਟੀਗ੍ਰੇਸ਼ਨ। ਉਹਦੀ ਡੈਪਥ ਦੇ ਵਿੱਚ ਬਾਹਲਾ ਨਹੀਂ ਜਾਣਾ, ਜਿਹੜੀਆਂ ਉਹਦੀਆਂ ਐਗਜ਼ਾਮਪਲ ਦਿੱਤੀਆਂ ਹੋਈਆਂ ਨਾ, ਬਸ ਉਹਨਾਂ ਨੂੰ ਸੋਲਵ ਕਰਕੇ ਵੇਖ ਲੈਣਾ, ਇੱਕ ਇੱਕ ਐਗਜ਼ਾਮਪਲ ਸੋਲਵ ਕਰਕੇ ਵੇਖ ਲੈਣੀ, ਵੀ ਤੁਹਾਨੂੰ ਸੌਖਾ ਲੱਗੇ। ਬੇਸਿਕ ਜਿਹੀ ਥਿਊਰਮ ਦਾ ਜਿਹੜੀਆਂ 3-4 ਉਹ ਯਾਦ ਕਰ ਲੈਣੀਆਂ, ਵੀ ਕਾਂਸਟੈਂਟ ਦਾ ਕੀ ਹੁੰਦਾ। ਉਵੇਂ ਇੰਟੀਗ੍ਰੇਸ਼ਨ ਦਾ ਇੱਕ ਇੱਕ ਸਵਾਲ ਹੈ ਜਿਹੜਾ ਉਹ, ਉਹਦੇ ਵਿੱਚੋਂ ਮਾੜਾ ਜਿਹਾ ਉਹਨੂੰ ਨਿਗਾਹ ਮਾਰ ਕੇ ਮੋਟਾ ਮੋਟਾ ਜਿਹਾ ਜਿਹੜਾ ਉਹਨੂੰ ਸੋਲਵ ਕਰੋ। ਕਲੀਅਰ ਹੋਇਆ ਕਿ ਨਹੀਂ ਹੋਇਆ? ਬਾਕੀ ਜਿਵੇਂ ਜਿਵੇਂ ਆਪਾਂ ਯੂਜ਼ ਕਰੀ ਜਾਵਾਂਗੇ ਬੇਟੇ, ਉਵੇਂ ਉਵੇਂ ਤੁਹਾਨੂੰ ਹੋਰ ਜ਼ਿਆਦਾ ਕਲੀਅਰ ਹੈ ਜਿਹੜਾ ਹੁੰਦਾ ਜਾਊਗਾ। ਬੇਸਿਕਲੀ ਜ਼ਿਆਦਾ ਫਾਰਮੂਲਾ ਐਕਸ ਦੀ ਐਨ ਵਾਲਾ ਯੂਜ਼ ਹੋਣਾ, ਜਾਂ ਇੰਟੀਗ੍ਰੇਸ਼ਨ ਆਪਾਂ ਕਰਨੀ ਹੈ ਉੱਥੇ ਵੀ ਜ਼ਿਆਦਾਤਰ ਇਹੀ ਸਾਈਨ ਦਾ, ਕਾਸ ਦਾ, ਜਾਂ ਐਕਸ ਦੀ ਐਨ, ਇਹ ਯੂਜ਼ ਹੋਣਗੇ, ਠੀਕ ਹੈ। ਚਲੋ ਠੀਕ ਹੈ ਬੇਟੇ, ਅੱਜ ਫਿਰ ਆਪਾਂ ਇੰਨਾ ਹੀ ਕਰਦੇ ਹਾਂ। ਕੱਲ ਫਿਰ ਆਪਣਾ ਜਿਹੜਾ ਆਰਟੀਕਲ ਇੱਕ ਰਹਿ ਗਿਆ, ਉਹਨੂੰ ਆਪਾਂ ਯੂਨੀਫਾਰਮਲੀ ਐਕਸਲਰੇਟਡ ਮੋਸ਼ਨ ਨੂੰ ਆਪਾਂ ਕੀ ਕਰਾਂਗੇ, ਉਹ ਖਤਮ ਕਰਾਂਗੇ, ਠੀਕ ਹੈ। ਜ਼ਿਆਦਾ ਟੈਨਸ਼ਨ ਨਹੀਂ ਲੈਣੀ ਇਹਦੇ 'ਚ, ਕੋਈ ਕੁਛ ਇੰਨਾ ਟੈਨਸ਼ਨ ਲੈਣ ਵਾਲਾ ਨਹੀਂ ਹੈਗਾ। ਆਪਾਂ ਕਹੀਏ ਵੀ ਪਹਾੜ ਡਿੱਗ ਪਿਆ, ਮੈਥ ਦੇ ਫਾਰਮੂਲੇ ਆ ਗਏ, ਬਾਹਲਾ ਜ਼ਿਆਦਾ ਹੋ ਗਿਆ, ਕੁਛ ਨਹੀਂ ਹੋਇਆ। ਸਿੰਪਲ ਸਿੰਪਲ ਜਿਹੇ ਫਾਰਮੂਲੇ ਜਿਵੇਂ ਜਿਵੇਂ ਯੂਜ਼ ਕਰਾਂਗੇ ਉਵੇਂ ਉਵੇਂ ਸੋਲਵ ਹੁੰਦੇ ਜਾਣਗੇ, ਨਿਗਾਹ ਚੋਂ ਲੰਘ ਜਾਣਗੇ, ਠੀਕ ਹੈ। ਠੀਕ ਹੈ ਬੇਟੇ।